ਅੱਜ ਆਓ ਅਸੀਂ ਪਰਮੇਸ਼ਵਰ ਦਾ ਧੰਨਵਾਦ ਅਤੇ ਸਤੁਤੀ ਕਰੋ। ਇਸ ਉਪਦੇਸ਼ ਲੇਖ ਨਾਲ ਪਰਮੇਸ਼ਵਰ ਦੀ ਇੱਛਾ ਸਮਝਣ ਦਾ ਕੁਝ ਸਮਾਂ ਲਈਏ। ਆਓ ਅਸੀਂ ਪਹਿਲਾ ਥੈਸਲੁਨੀਕੀਓ ਅਧਿਆਇ 5 ਵਚਨ 14 ਪੜ੍ਹੀਏ। ਹੇ ਭਰਾਵੋ, ਅਸੀਂ ਤੁਹਾਨੂੰ ਤਾਕੀਦ ਕਰਦੇ ਹਾਂ, ਜੋ ਤੁਸੀਂ ਕਸੂਤਿਆਂ ਨੂੰ ਸਮਝਾਓ, ਕਮਦਿਲਿਆਂ ਨੂੰ ਦਿਲਾਸਾ ਦਿਓ, ਨਿਤਾਣਿਆਂ ਨੂੰ ਸੰਭਾਲੋ, ਸਭਨਾਂ ਨਾਲ ਧੀਰਜ ਕਰੋ। ਵੇਖਣਾ ਭਾਈ ਕੋਈ ਕਿਸੇ ਨਾਲ ਬੁਰੇ ਦੇ ਵੱਟੇ ਬੁਰਾ ਨਾ ਕਰੇ, ਸਗੋਂ ਇੱਕ ਦੂਏ ਲਈ ਅਤੇ ਸਭਨਾਂ ਲਈ ਸਦਾ ਭਲਾਈ ਦੇ ਪਿੱਛੇ ਲੱਗੇ ਰਹੋ। ਸਦਾ ਆਨੰਦ ਰਹੋ, ਨਿਤ ਪ੍ਰਾਰਥਨਾ ਕਰੋ, ਹਰ ਹਾਲ ਵਿੱਚ ਧੰਨਵਾਦ ਕਰੋ, ਕਿਉਂ ਜੋ ਤੁਹਾਡੇ ਲਈ ਮਸੀਹ ਯੀਸ਼ੂ ਵਿੱਚ ਪਰਮੇਸ਼ਵਰ ਦੀ ਇਹੋ ਇੱਛਾ ਹੈ। ਜੇਕਰ ਪਰਮੇਸ਼ਵਰ ਦੀ ਇਹੀ ਇੱਛਾ ਹੈ, ਤਦ ਸਾਨੂੰ ਚਾਹੀਦਾ ਹੈ ਕਿ ਅਸੀਂ ਹਮੇਸ਼ਾ ਆਪਣੇ ਜੀਵਨ ਵਿੱਚ ਧੰਨਵਾਦ ਕਰਨ ਦੇ ਲਈ ਕੁਝ ਲੱਭੀਏ। ਪਰਮੇਸ਼ਵਰ ਸਾਨੂੰ ਹਮੇਸ਼ਾ ਧੰਨਵਾਦ ਕਰਨ ਨੂੰ ਕਹਿੰਦੇ ਹਨ, ਪਰ ਕਦੀ-ਕਦੀ ਅਸੀਂ ਇਸ ਸਿੱਖਿਆ ਨੂੰ ਭੁੱਲ ਜਾਂਦੇ ਹਾਂ ਅਤੇ ਸਾਡੀ ਭਾਵਨਾ ਜਾਂ ਮੂਡ ਦੇ ਅਨੁਸਾਰ ਅਕਸਰ ਬੁੜਬੁੜਾਉਂਦੇ ਜਾਂ ਸ਼ਿਕਾਇਤ ਜਾਂ ਫਿਰ ਚੁਗਲੀ ਕਰਦੇ ਹਾਂ, ਜੋ ਸਾਨੂੰ ਪਰਮੇਸ਼ਵਰ ਦੀ ਪਵਿੱਤਰ ਇੱਛਾ ਤੇ ਚੱਲਣ ਤੋਂ ਰੋਕਦੀ ਹੈ। ਸਾਡੇ ਆਲੇ ਦੁਆਲੇ ਦੇ ਹਰੇਕ ਹਾਲਾਤਾਂ ਵਿੱਚੋਂ ਇਸ ਤਰ੍ਹਾਂ ਦੀ ਗੱਲ ਹੈ ਜਿਨ੍ਹਾਂ ਦੇ ਲਈ ਅਸੀਂ ਧੰਨਵਾਦੀ ਹੋ ਸਕਦੇ ਹਾਂ। ਇੱਕ ਪੱਤਰਕਾਰ ਨੇ ਸਾਡੇ ਚਰਚ ਦੇ ਮੁੱਖ ਦਫ਼ਤਰ ਦਾ ਦੌਰਾ ਕੀਤਾ ਅਤੇ ਇੰਟਰਵਿਊ ਦੇ ਦੌਰਾਨ ਪੁੱਛਿਆ, ਕੋਵਿਡ-19 ਨੂੰ ਲੈ ਕੇ ਤੁਹਾਡਾ ਕੀ ਵਿਚਾਰ ਹੈ? ਬੇਸ਼ੱਕ ਕੋਵਿਡ-19 ਇਸ ਤਰ੍ਹਾਂ ਦਾ ਰੋਗ ਹੈ ਜੋ ਬਹੁਤ ਸਾਰੇ ਲੋਕਾਂ ਦੀ ਜਾਨ ਲੈਂਦਾ ਹੈ, ਪਰ ਇਸਨੇ ਮੈਨੂੰ ਵਿਚਾਰ ਕਰਨ ਦਿੱਤਾ ਇਸ ਵਿਸ਼ਵ ਮਹਾਮਾਰੀ ਵਿੱਚ ਕਿ ਇਸ ਤਰ੍ਹਾਂ ਦੀ ਕੋਈ ਗੱਲ ਹੈ ਜਿਸ ਦੇ ਲਈ ਅਸੀਂ ਧੰਨਵਾਦ ਕਰ ਸਕਦੇ ਹਾਂ। ਜਦੋਂ ਮੈਂ ਇਸ ਹਾਲਾਤ ਦੇ ਲਈ ਧੰਨਵਾਦ ਕਰਨ ਦੇ ਲਈ ਗੱਲਾਂ ਲੱਭਣ ਦੀ ਕੋਸ਼ਿਸ਼ ਕੀਤੀ, ਤਦ ਇਸ ਤਰ੍ਹਾਂ ਦੀਆਂ ਗੱਲਾਂ ਲੱਭ ਸਕਿਆ ਜੋ ਪਹਿਲਾਂ ਲੁਕੀਆਂ ਹੋਈਆਂ ਸੀ। ਜੇਕਰ ਕੋਵਿਡ-19 ਸ਼ੁਰੂ ਨਾ ਹੋਇਆ ਹੁੰਦਾ, ਤਦ ਕੀ ਸਾਰੇ ਮੈਂਬਰਾਂ ਨੂੰ ਆਨਲਾਈਨ ਆਰਾਧਨਾ ਦਾ ਅਨੁਭਵ ਕਰਨ ਦਾ ਮੌਕਾ ਮਿਲਦਾ? ਜਦੋਂ ਤੋਂ ਵਿਸ਼ਵ ਮਹਾਮਾਰੀ ਸ਼ੁਰੂ ਹੋਈ, ਤਦ ਤੋਂ 12 ਮਹੀਨੇ ਬੀਤ ਚੁੱਕੇ ਹਨ। ਬਹੁਤ ਸਾਰੇ ਮੈਂਬਰ ਚਰਚ ਵੈਬਸਾਈਟ ਤੇ ਗਏ, ਚਰਚ ਵੀਡੀਓ ਦੇਖੀ ਅਤੇ ਉਹਨਾਂ ਨੇ ਇਹ ਕਹਿ ਕੇ ਕਿ ਜਦੋਂ ਤੱਕ ਸਾਡੀ ਦੁਬਾਰਾ ਮੁਲਾਕਾਤ ਨਹੀਂ ਹੁੰਦੀ, ਤਦ ਤੱਕ ਇਹ ਵੀਡੀਓ ਦੇਖੋ, ਦੂਰ ਰਹਿ ਰਹੇ ਲੋਕਾਂ ਨੂੰ ਲਿੰਕ ਭੇਜਿਆ। ਇਸ ਤਰ੍ਹਾਂ ਆਨਲਾਈਨ ਪ੍ਰਚਾਰ, ਆਰਾਧਨਾ ਅਤੇ ਸਿੱਖਿਆ ਲਈ ਬਹੁਤ ਸਰਗਰਮ ਹੋਏ। ਪਹਿਲਾਂ ਅਸੀਂ ਸਭ ਸੋਚਿਆ ਕਰਦੇ ਸੀ, ਸਾਨੂੰ ਕਿਸੇ ਦਿਨ ਆਨਲਾਈਨ ਖੁਸ਼ਖਬਰੀ ਪ੍ਰਚਾਰ ਕਰਨੀ ਚਾਹੀਦੀ ਹੈ, ਅਤੇ ਕਿਉਂਕਿ ਇਸ ਤਰ੍ਹਾਂ ਦੇ ਹਾਲਾਤ ਆਏ, ਇਸ ਲਈ ਅਸੀਂ ਖੁਸ਼ਖਬਰੀ ਦੇ ਅਨੇਕ ਹਥਿਆਰ ਪਾ ਸਕੀਏ ਜਿਨ੍ਹਾਂ ਦੀ ਪਹਿਲਾਂ ਅਸੀਂ ਖੋਜ ਨਹੀਂ ਕੀਤੀ ਸੀ। ਅਤੇ ਜਿਵੇਂ ਬਹੁਤ ਸਾਰੇ ਮੈਂਬਰ ਆਪਣੇ ਜਾਣ ਪਛਾਣ ਵਾਲਿਆਂ, ਦੋਸਤਾਂ ਅਤੇ ਪਰਿਵਾਰਾਂ ਦੇ ਲਈ ਆਨਲਾਈਨ ਉਪਦੇਸ਼ ਭੇਜਦੇ ਹਨ, ਇਸ ਲਈ ਹੁਣ ਅਸੀਂ ਉਹਨਾਂ ਦੇ ਆਨਲਾਈਨ ਪ੍ਰਚਾਰ ਦੁਆਰਾ ਬਹੁਤ ਸਾਰੇ ਸੁੰਦਰ ਫਲ ਲਿਆਉਣ ਦੀ ਖਬਰ ਸੁਣ ਸਕਦੇ ਹਾਂ। ਪਹਿਲਾਂ ਅਸੀਂ ਕਿਸੇ ਪੱਕੇ ਥਾਂ ਤੇ ਸਿਰਫ ਉਹਨਾਂ ਲੋਕਾਂ ਦੇ ਨਾਲ ਹੀ ਮੀਟਿੰਗ ਰੱਖਦੇ ਸੀ ਜੋ ਸਰੀਰਕ ਰੂਪ ਨਾਲ ਉੱਥੇ ਮੌਜੂਦ ਹੋ ਸਕਦੇ ਸੀ, ਪਰ ਹੁਣ ਜਦੋਂ ਤੱਕ ਕਿਸੇ ਦੇ ਕੋਲ ਇੰਟਰਨੈਟ ਐਕਸੈਸ ਹੋਵੇ, ਤਦ ਤੱਕ ਕੋਈ ਵੀ ਮੀਟਿੰਗ ਵਿੱਚ ਸ਼ਾਮਿਲ ਹੋ ਸਕਦਾ ਹੈ। ਜੋ ਮੈਂਬਰ ਪਹਿਲਾਂ ਦੂਰੀ ਦੇ ਕਰਕੇ ਕਿਸੇ ਪ੍ਰੋਗਰਾਮ ਵਿੱਚ ਭਾਗ ਨਹੀਂ ਲੈ ਪਾਉਂਦੇ ਸੀ, ਉਹ ਹੁਣ ਚਰਚ ਦੇ ਬਹੁਤ ਸਾਰੇ ਆਨਲਾਈਨ ਪ੍ਰੋਗਰਾਮ ਵਿੱਚ ਭਾਗ ਲੈ ਸਕਦੇ ਹਨ। ਇਸ ਗੱਲ ਨਾਲ ਮੈਂ ਸੋਚਣ ਲੱਗਦਾ ਹਾਂ, ਸੱਚਮੁੱਚ ਸਾਨੂੰ ਬੁੜਬੁੜਾਉਣ ਜਾਂ ਸ਼ਿਕਾਇਤ ਕਰਨ ਦੇ ਬਦਲੇ ਕਿਸੇ ਵੀ ਹਾਲਾਤ ਵਿੱਚ ਧੰਨਵਾਦ ਕਰਨ ਦਾ ਜ਼ਰੀਆ ਲੱਭਣਾ ਚਾਹੀਦਾ ਹੈ। ਪਰਮੇਸ਼ਵਰ ਦਾ ਮਕਸਦ ਅੰਤ ਵਿੱਚ ਸਾਨੂੰ ਆਸ਼ੀਸ਼ ਦੇਣਾ ਹੈ ਨਾ? ਜਿਉਂਦੀਆਂ ਮੱਛੀਆਂ ਪਾਣੀ ਦੇ ਵਗਣ ਦੀ ਉਲਟ ਦਿਸ਼ਾ ਵਿੱਚ ਤੈਰਦੀਆਂ ਹਨ। ਅਸਲ ਵਿੱਚ ਪਾਣੀ ਦੇ ਵਗਣ ਦੀ ਉਲਟ ਦਿਸ਼ਾ ਵਿੱਚ ਤੈਰਾਨ ਔਖਾ ਹੋਣ ਤੇ ਵੀ ਜ਼ਿਆਦਾਤਰ ਮੱਛੀਆਂ ਪਾਣੀ ਦੀ ਧਾਰ ਦੇ ਉਲਟ ਤੈਰਦੀਆਂ ਹਨ। ਇਸ ਉਦਾਹਰਨ ਦੇ ਜ਼ਰੀਏ ਅਸੀਂ ਇਹ ਸਮਝ ਸਕਦੇ ਹਾਂ ਕਿ ਕਿਉਂ ਪਰਮੇਸ਼ਵਰ ਸਾਡੇ ਜੀਵਨ ਵਿੱਚ ਮੁਸੀਬਤ ਅਤੇ ਮੁਸ਼ਕਿਲਾਂ ਦਿੰਦੇ ਹਨ।
ਇਸ ਤਰ੍ਹਾਂ ਦੇ ਮਾਮਲੇ ਸੀ ਜਿਨ੍ਹਾਂ ਤੇ ਅਤੀਤ ਵਿੱਚ ਅਸੀਂ ਜ਼ਿਆਦਾ ਧਿਆਨ ਨਹੀਂ ਦਿੱਤੇ। ਇਸ ਤੋਂ ਪਹਿਲਾਂ ਸ਼ਾਇਦ ਅਸੀਂ ਇਹਨਾਂ ਮਾਮਲਿਆਂ ਤੇ ਸਿਰਫ 10% ਧਿਆਨ ਦਿੱਤਾ ਹੋਵੇਗਾ, ਪਰ 70%, 80% ਜਾਂ 100% ਧਿਆਨ ਦੇ ਕੇ ਪਰਮੇਸ਼ਵਰ ਦੀ ਇੱਛਾ ਨੂੰ ਅਸੀਂ ਹੋਰ ਵੀ ਜ਼ਿਆਦਾ ਲੱਭ ਸਕਦੇ ਹਾਂ। ਇਸ ਲਈ ਇਹ ਸੋਚਣ ਦੇ ਬਜਾਏ ਕਿ ਪਰਮੇਸ਼ਵਰ ਨੇ ਇਸ ਤਰ੍ਹਾਂ ਦੇ ਵਿਅਕਤੀ ਨੂੰ ਮੇਰੇ ਆਲੇ ਦੁਆਲੇ ਕਿਉਂ ਰੱਖਿਆ ਹੈ, ਜਾਂ ਇਸ ਤਰ੍ਹਾਂ ਲੱਗਦਾ ਹੈ ਕਿ ਹੋਰ ਸਾਰੇ ਲੋਕ ਸ਼ਾਂਤੀ ਨਾਲ ਰਹਿੰਦੇ ਹਨ, ਮੇਰੇ ਹੀ ਪਰਿਵਾਰ ਨੂੰ ਇੰਨੇ ਦੁੱਖ ਅਤੇ ਕਸ਼ਟ ਕਿਉਂ ਹਨ, ਸਾਨੂੰ ਚਾਹੀਦਾ ਹੈ ਕਿ ਅਸੀਂ ਸੋਚੀਏ ਸਾਨੂੰ ਆਪਣੀ ਸ਼ਕਤੀ ਵਧਾਉਣ ਦੇ ਲਈ, ਜਿਸ ਨਾਲ ਅਸੀਂ ਜਿੱਤ ਪਾ ਸਕਦੇ ਹਾਂ, ਮੁਸ਼ਕਿਲ ਦੀ ਜ਼ਰੂਰਤ ਹੈ। ਇਸ ਕਰਕੇ ਚੌੜਾ ਰਾਹ ਦੇਣ ਦੇ ਬਦਲੇ ਪਰਮੇਸ਼ਵਰ ਆਪਣੀ ਪਿਆਰੀ ਸੰਤਾਨਾਂ ਦੇ ਰਾਹ ਤੇ ਪਹਿਲੇ ਚਰਚ ਦੇ ਸਮੇਂ ਅਤੇ ਇਸ ਵਰਤਮਾਨ ਖੁਸ਼ਖਬਰੀ ਦੇ ਯੁੱਗ ਵਿੱਚ ਵੀ ਕੀ ਰੱਖ ਦਿੰਦੇ ਹਨ। ਸਾਨੂੰ ਜਿੱਤਣ ਦੇਣ ਲਈ ਪਰਮੇਸ਼ਵਰ ਸਾਡੇ ਸਾਹਮਣੇ ਮੁਸ਼ਕਿਲਾਂ ਅਤੇ ਪਰੇਸ਼ਾਨੀਆਂ ਨੂੰ ਰੱਖ ਦਿੰਦੇ ਹਨ। ਇਹਨਾਂ ਤੋਂ ਜਿੱਤ ਕੇ ਅਸੀਂ ਅਨੁਭਵ ਨਾ ਕੀਤੀਆਂ ਹੋਈਆਂ ਗੱਲਾਂ ਨੂੰ ਸਿੱਖਦੇ ਹਾਂ। ਮੁਸ਼ਕਿਲਾਂ ਦਾ ਅਨੁਭਵ ਕੀਤੇ ਬਿਨਾਂ ਅਸੀਂ ਬਹੁਤ ਕੁਝ ਸਿੱਖ ਨਹੀਂ ਸਕਦੇ, ਕਿਉਂਕਿ ਅਸੀਂ ਇਹਨਾਂ ਤੇ ਧਿਆਨ ਨਹੀਂ ਦਿੰਦੇ। ਪਰ ਹੁਣ ਮੁਸ਼ਕਿਲਾਂ ਵਿੱਚ ਹੋ ਕੇ ਅਸੀਂ ਉਹਨਾਂ ਮੁਸ਼ਕਿਲਾਂ ਦਾ ਹੱਲ ਕੱਢਣ ਲਈ ਅਤੇ ਥੋੜਾ ਜ਼ਿਆਦਾ ਧਿਆਨ ਦੇ ਕੇ 90% ਜਾਂ 100% ਸਿੱਖ ਸਕਦੇ ਹਾਂ। ਇਸ ਲਈ ਪਰਮੇਸ਼ਵਰ ਨੇ ਕਿਹਾ, ਹਰ ਗੱਲ ਵਿੱਚ ਧੰਨਵਾਦ ਕਰੋ। ਪਰਮੇਸ਼ਵਰ ਸਾਨੂੰ ਹਰ ਗੱਲ ਵਿੱਚ ਧੰਨਵਾਦੀ ਹੋਣ ਦੇ ਲਈ ਕਾਫੀ ਚੀਜ਼ਾਂ ਦਿੰਦੇ ਹਨ। ਸਾਨੂੰ ਚਾਹੀਦਾ ਹੈ ਕਿ ਅਸੀਂ ਇਸ ਗੱਲ ਤੇ ਵਿਸ਼ਵਾਸ ਕਰੀਏ ਅਤੇ ਪਰਮੇਸ਼ਵਰ ਦਾ ਧੰਨਵਾਦ, ਸਤੂਤੀ ਅਤੇ ਵਡਿਆਈ ਕਰੀਏ। ਇਹ ਸੋਚਣ ਦੀ ਬਜਾਏ ਕਿ ਮੈਨੂੰ ਪਰਮੇਸ਼ਵਰ ਤੇ ਵਿਸ਼ਵਾਸ ਹੈ, ਪਰ ਮੈਨੂੰ ਇੰਨੀਆਂ ਮੁਸ਼ਕਿਲਾਂ ਕਿਉਂ ਹਨ। ਸਾਨੂੰ ਵਿਚਾਰ ਕਰਨਾ ਚਾਹੀਦਾ ਹੈ, ਇਹ ਮੁਸ਼ਕਿਲ ਜ਼ਿਆਦਾ ਔਖੀ ਹੋ ਸਕਦੀ ਸੀ, ਪਰ ਪਰਮੇਸ਼ਵਰ ਨੇ ਇਸ ਨੂੰ ਬਹੁਤ ਆਸਾਨ ਬਣਾ ਦਿੱਤਾ, ਕਿਉਂਕਿ ਮੈਂ ਪਰਮੇਸ਼ਵਰ ਤੇ ਵਿਸ਼ਵਾਸ ਰੱਖਦਾ ਹਾਂ। ਇਸ ਮੁਸ਼ਕਿਲ ਨਾਲ ਮੇਰਾ ਪਰਿਵਾਰ ਖਿਲਰ ਸਕਦਾ ਸੀ, ਪਰ ਪਰਮੇਸ਼ਵਰ ਨੇ ਸਿਰਫ ਇਸ ਦਾ ਛੋਟਾ ਜਿਹਾ ਹਿੱਸਾ ਹੋਣ ਦਿੱਤਾ ਤਾਂ ਜੋ ਅਸੀਂ ਇਸ ਤੋਂ ਜਿੱਤਣ ਦੀ ਬੁੱਧੀ ਪਾ ਸਕੀਏ। ਜਦੋਂ ਅਸੀਂ ਧੰਨਵਾਦੀ ਹੁੰਦੇ ਹਾਂ, ਤਦ ਪਰਮੇਸ਼ਵਰ ਧੰਨਵਾਦੀ ਹੋਣ ਦੇ ਲਈ ਹੋਰ ਚੀਜ਼ਾਂ ਪੈਦਾ ਕਰਦੇ ਹਨ। ਸਾਨੂੰ ਬਾਈਬਲ ਦੇ ਜ਼ਰੀਏ ਇਸ ਪ੍ਰਕਾਰ ਦੀਆਂ ਸਿੱਖਿਆਵਾਂ ਨਾਲ ਚੰਗੀ ਤਰ੍ਹਾਂ ਜਾਣੂ ਹੋਣਾ ਚਾਹੀਦਾ ਹੈ, ਪਰ ਜਦੋਂ ਅਸੀਂ ਅਸਲ ਵਿੱਚ ਮੁਸ਼ਕਿਲਾਂ ਦਾ ਸਾਹਮਣਾ ਕਰਦੇ ਹਾਂ, ਤਦ ਉਸ ਹਾਲਾਤ ਤੇ ਇਸ ਤਰ੍ਹਾਂ ਨਾਲ ਸੋਚਣਾ ਮੁਸ਼ਕਿਲ ਹੈ। ਅਸੀਂ ਸਿਰਫ ਉਸ ਗੱਲ ਤੇ ਧਿਆਨ ਦਿੰਦੇ ਹਾਂ ਜੋ ਵਾਪਰਦੀ ਹੈ। ਮੇਰੇ ਨਾਲ ਇਸ ਤਰ੍ਹਾਂ ਕਿਉਂ ਹੋਇਆ, ਮੇਰੇ ਨਾਲ ਹੀ ਕਿਉਂ, ਦੂਸਰਿਆਂ ਦੀਆਂ ਵੀ ਮੁਸ਼ਕਿਲਾਂ ਹਨ। ਕੀ ਪਰਮੇਸ਼ਵਰ ਸਾਨੂੰ ਜਿਉਂਦੇ ਸੰਤ ਜਾਂ ਜਿਉਂਦੇ ਲੋਕ ਨਹੀਂ ਕਹਿੰਦੇ? ਪਰਮੇਸ਼ਵਰ ਨੇ ਇਸ ਤਰ੍ਹਾਂ ਹੀ ਬਣਾਇਆ ਤਾਂ ਜੋ ਸਾਰੇ ਜਿਉਂਦੇ ਪ੍ਰਾਣੀ ਮੁਸ਼ਕਿਲਾਂ ਤੋਂ ਲੰਘਣ। ਜੇਕਰ ਕੋਈ ਮੱਛੀ ਪਾਣੀ ਦੇ ਵਗਣ ਦੀ ਦਿਸ਼ਾ ਵਿੱਚ ਵਗ ਜਾਂਦੀ ਹੈ, ਤਦ ਉਸ ਨੂੰ ਜਿਉਂਦੀ ਨਹੀਂ ਮੰਨਿਆ ਜਾਂਦਾ। ਇਸ ਦਾ ਕਾਰਨ ਕਿ ਬਾਈਬਲ ਖੁਸ਼ਖਬਰੀ ਦੇ ਕੰਮ ਨੂੰ ਚੰਗੇ ਦੁੱਖ ਦੇ ਰੂਪ ਵਿੱਚ ਵਰਣਿਤ ਨਹੀਂ ਕਰਦੀ, ਕਿਉਂਕਿ ਪਰਮੇਸ਼ਵਰ ਸਾਨੂੰ ਖੁਸ਼ਖਬਰੀ ਦੇ ਯੋਧੇ ਬੁਲਾਉਂਦੇ ਹਨ ਜੋ ਚੰਗਾ ਦੁੱਖ ਚੁੱਕਦੇ ਹਨ। ਇਸ ਲਈ ਸਾਨੂੰ ਦੁੱਖਾਂ ਦੇ ਲਈ ਵੀ ਪਰਮੇਸ਼ਵਰ ਦਾ ਧੰਨਵਾਦ ਕਰਨਾ ਚਾਹੀਦਾ ਹੈ, ਤਦ ਅਸੀਂ ਧੰਨਵਾਦ ਕਰਕੇ ਖੁਸ਼ ਰਹਿ ਸਕਦੇ ਹਾਂ। ਸਾਨੂੰ ਖੁਸ਼ੀ ਅਤੇ ਧੰਨਵਾਦੀ ਮਨ ਨਾਲ ਸਵਰਗ ਜਾਣਾ ਚਾਹੀਦਾ ਹੈ। ਸਾਨੂੰ ਇਸ ਤਰ੍ਹਾਂ ਸੋਚਦੇ ਹੋਏ ਸ਼ਿਕਾਇਤ ਨਹੀਂ ਕਰਨੀ ਚਾਹੀਦੀ ਕਿ ਪਰਮੇਸ਼ਵਰ ਕਿਉਂ ਮੇਰੇ ਆਲੇ ਦੁਆਲੇ ਇਸ ਪ੍ਰਕਾਰ ਦੇ ਲੋਕਾਂ ਨੂੰ ਰੱਖ ਦਿੰਦੇ ਹਨ। ਮੇਰੇ ਦੋਸਤ ਦੇ ਨਿਰਾਲੇ ਮਾਤਾ ਪਿਤਾ ਹਨ ਅਤੇ ਉਸਦੇ ਪਰਿਵਾਰ ਦੇ ਸਾਰੇ ਮੈਂਬਰ ਅਦਭੁਤ ਹਨ। ਮੇਰੇ ਪਰਿਵਾਰ ਦੇ ਮੈਂਬਰ ਇੰਨੇ ਗਰੀਬ ਕਿਉਂ ਹਨ ਅਤੇ ਕਿਉਂ ਉਹਨਾਂ ਵਿੱਚ ਬਹੁਤ ਸਾਰੀਆਂ ਗੱਲਾਂ ਦੀ ਕਮੀ ਹੈ। ਇਸ ਤਰ੍ਹਾਂ ਦੀ ਤੁਲਨਾ ਕਰਨ ਦੀ ਕੋਈ ਜ਼ਰੂਰਤ ਨਹੀਂ। ਭਾਵੇਂ ਦੁਨੀਆ ਦੇ ਲੋਕ ਕਿੰਨੇ ਵੀ ਵਧੀਆ ਕਿਉਂ ਨਾ ਹੋਣ, ਕੀ ਉਹ ਸਵਰਗ ਦੇ ਰਾਜ ਵਿੱਚ ਰਾਜ ਕਰ ਸਕਣਗੇ? ਜੇਕਰ ਦੁਨੀਆ ਵਿੱਚ ਤੁਹਾਡਾ ਕੋਈ ਰੋਲ ਮਾਡਲ ਹੈ, ਤਦ ਤੁਹਾਨੂੰ ਇਹ ਸੋਚਣ ਦੀ ਜ਼ਰੂਰਤ ਹੈ ਕਿ ਕੀ ਉਹ ਸਵਰਗ ਵਿੱਚ ਰਾਜ ਕਰੇਗਾ ਜਾਂ ਨਹੀਂ। ਜਦੋਂ ਅਸੀਂ ਸਵਰਗ ਜਾਵਾਂਗੇ, ਤਦ ਅਸੀਂ ਹਰ ਪ੍ਰਕਾਰ ਦੇ ਰਤਨਾਂ ਨਾਲ ਭਰੇ ਮਹਿਲ ਵਿੱਚ ਰਹਾਂਗੇ ਜੋ ਵਰਣਨ ਤੋਂ ਪਰੇ ਹੈ। ਦੁਨੀਆ ਵਿੱਚ ਸਾਡਾ ਜਨਮ ਅਮੀਰ ਪਰਿਵਾਰ ਵਿੱਚ ਨਹੀਂ ਹੋਇਆ, ਪਰ ਅਸੀਂ ਸ਼ਾਹੀ ਸਵਰਗੀ ਪਰਿਵਾਰ ਤੋਂ ਹਾਂ। ਪਰ ਥੋੜੇ ਚਿਰ ਲਈ ਧਰਤੀ ਤੇ ਰਹਿਣ ਦੇ ਦੌਰਾਨ ਅਸੀਂ ਇਸ ਭੂਮਿਕਾ ਨੂੰ ਨਿਭਾਉਣ ਵਿੱਚ ਫੇਲ ਹੁੰਦੇ ਹਾਂ। ਇਸ ਲਈ ਅਸੀਂ ਧੰਨਵਾਦ ਕਰਨ ਦੇ ਬਦਲੇ ਬੁੜਬੁੜਾਉਂਦੇ ਅਤੇ ਸ਼ਿਕਾਇਤ ਕਰਦੇ ਹਾਂ। ਜੇਕਰ ਅਸੀਂ ਸਵਰਗ ਬਾਰੇ ਸੋਚੀਏ, ਤਦ ਸਹਿਨ ਕਰ ਪਾਵਾਂਗੇ। ਜਦੋਂ ਅਸੀਂ ਸਵਰਗ ਵਿੱਚ ਰਾਜ ਕਰਨ ਦੀ ਵਡਿਆਈ ਦਾ ਵਿਚਾਰ ਕਰੀਏ, ਤਦ ਸਾਨੂੰ ਇਹ ਸੋਚਣਾ ਨਹੀਂ ਚਾਹੀਦਾ ਕਿ ਧਰਤੀ ਤੇ ਕੌਣ ਵਧੀਆ ਅਤੇ ਘਟੀਆ ਹੈ। ਇਸ ਦੇ ਬਦਲੇ ਸਾਨੂੰ ਚਾਹੀਦਾ ਹੈ ਕਿ ਅਸੀਂ ਇਸ ਗੱਲ ਤੇ ਵਿਚਾਰ ਕਰੀਏ ਕਿ ਕੌਣ ਪਿਤਾ ਅਤੇ ਮਾਤਾ ਦੀ ਇੱਛਾ ਤੇ ਚੱਲਣ ਅਤੇ ਪਰਮੇਸ਼ਵਰ ਦੇ ਵਾਂਗ ਬਣਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਤਰ੍ਹਾਂ ਦੇ ਲੋਕ ਹਨ ਜੋ ਸਵਰਗ ਵਿੱਚ ਵੱਡਾ ਆਦਰ ਪਾਉਣਗੇ ਅਤੇ ਮਹਾਨ ਹੋਣਗੇ।
ਸਾਨੂੰ ਸਿਰਫ ਧਰਤੀ ਦੀਆਂ ਚੀਜ਼ਾਂ ਬਾਰੇ ਸੋਚਣਾ ਨਹੀਂ ਚਾਹੀਦਾ। ਜਦੋਂ ਪਰਮੇਸ਼ਵਰ ਸਾਨੂੰ ਨਰਮ ਬਣੋ ਕਹਿੰਦੇ ਹਨ ਤਾਂ ਸਾਨੂੰ ਸਿਰਫ ਨਰਮ ਬਣਨਾ ਚਾਹੀਦਾ ਹੈ, ਅਤੇ ਜਦੋਂ ਪਰਮੇਸ਼ਵਰ ਸਾਨੂੰ ਵਿਚਾਰਵਾਨ ਬਣੋ ਕਹਿੰਦੇ ਹਨ ਤਦ ਸਾਨੂੰ ਸਿਰਫ ਵਿਚਾਰਵਾਨ ਬਣਨਾ ਚਾਹੀਦਾ ਹੈ, ਅਤੇ ਜਦੋਂ ਪਰਮੇਸ਼ਵਰ ਸਾਨੂੰ ਧੰਨਵਾਦੀ ਰਹੋ ਕਹਿੰਦੇ ਹਨ ਤਦ ਸਾਨੂੰ ਸਿਰਫ ਧੰਨਵਾਦੀ ਰਹਿਣਾ ਚਾਹੀਦਾ ਹੈ। ਜੇਕਰ ਅਸੀਂ ਪਿਤਾ ਅਤੇ ਮਾਤਾ ਦੇ ਪਿਆਰ ਦੇ ਪੱਤਰ ਅਰਥਾਤ ਬਾਈਬਲ ਵਿੱਚ ਲਿਖੀਆਂ ਹੋਈਆਂ ਗੱਲਾਂ ਤੇ ਅਮਲ ਕਰੀਏ ਤਦ ਸਵਰਗ ਵਿੱਚ ਸਾਡਾ ਆਦਰ ਕੀਤਾ ਜਾਵੇਗਾ। ਕਦੀ ਕਦੀ ਧਰਤੀ ਦੇ ਲੋਕਾਂ ਤੇ ਅਤਿਆਚਾਰ ਕੀਤੇ ਜਾਣ, ਬੇਇੱਜ਼ਤੀ ਹੋਣ ਅਤੇ ਮਖੌਲ ਕੀਤੇ ਜਾਣ ਨਾਲ ਸਾਨੂੰ ਕਸ਼ਟਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਪਰ ਜੇਕਰ ਅਸੀਂ ਪਿਤਾ ਅਤੇ ਮਾਤਾ ਦੀ ਇੱਛਾ ਤੇ ਚੱਲੀਏ ਤਦ ਸਵਰਗ ਵਿੱਚ ਅਸੀਂ ਕਿਸ ਪ੍ਰਕਾਰ ਦੇ ਲੋਕ ਬਣਾਂਗੇ। ਇਸ ਕਿਤਾਬ ਵਿੱਚ ਪਰਮੇਸ਼ਵਰ ਨੇ ਸਾਡੇ ਲਈ ਆਸ਼ੀਸ਼ਾਂ ਦੇ ਸਾਰੇ ਰਸਤਿਆਂ ਬਾਰੇ ਲਿਖਿਆ ਹੈ, ਪਰ ਜੇਕਰ ਅਸੀਂ ਉਹਨਾਂ ਰਸਤਿਆਂ ਦਾ ਪਾਲਨ ਕਰਨ ਤੋਂ ਇਨਕਾਰ ਕਰੀਏ ਤਦ ਕੀ ਹੋਵੇਗਾ। ਪਰਮੇਸ਼ਵਰ ਕਹਿੰਦੇ ਹਨ ਧੰਨਵਾਦ ਕਰੋ, ਪਰ ਕੀ ਹੋਵੇਗਾ ਜੇਕਰ ਅਸੀਂ ਸਿਰਫ ਸ਼ਿਕਾਇਤ ਕਰਦੇ ਰਹੀਏ। ਤਾਂ ਸਾਨੂੰ ਸਕਾਰਾਤਮਕ ਦਿਸ਼ਾ ਨੂੰ ਦੇਖਣ ਲਈ ਕਹਿੰਦੇ ਹਨ, ਪਰ ਕੀ ਹੋਵੇਗਾ ਜੇਕਰ ਅਸੀਂ ਨਿਰਾਸ਼ਾ ਬਿਆਨ ਕਰਦੇ ਰਹੀਏ। ਤਦ ਸਵਰਗ ਜਾਣ ਦਾ ਰਾਹ ਜਿਸ ਤੇ ਅਸੀਂ ਚੱਲ ਰਹੇ ਹਾਂ ਖੁਸ਼ੀ ਦਾ ਇਸ ਤਰ੍ਹਾਂ ਦਾ ਰਾਹ ਹੈ ਜਿਸ ਦੇ ਲਈ ਸਾਨੂੰ ਧੰਨਵਾਦੀ ਹੋਣਾ ਚਾਹੀਦਾ ਹੈ, ਪਰ ਸੰਸਾਰਿਕ ਨਜ਼ਰੀਏ ਨਾਲ ਇਹ ਇੱਕ ਔਖਾ ਰਾਹ ਹੈ। ਇਹ ਇੱਕ ਛੇਤੀ ਢਲਣ ਵਾਲਾ ਟੁੱਟਿਆ ਤੇ ਤੰਗ ਰਾਹ ਹੈ, ਪਰ ਜਦੋਂ ਅਸੀਂ ਇਸ ਰਾਹ ਨੂੰ ਵਿਸ਼ਵਾਸ ਦੇ ਨਜ਼ਰੀਏ ਨਾਲ ਦੇਖਦੇ ਹਾਂ ਤਦ ਇਹ ਖੁਸ਼ੀ ਅਤੇ ਆਸ਼ੀਸ਼ ਦਾ ਰਾਹ ਹੈ, ਕਿਉਂਕਿ ਇਸ ਦੁੱਖ ਦੇ ਬਾਅਦ ਸਵਰਗ ਸਾਡੀ ਉਡੀਕ ਕਰ ਰਿਹਾ ਹੋਵੇਗਾ, ਹੈ ਨਾ। ਮੈਂ ਇਹ ਨਹੀਂ ਕਹਿ ਰਿਹਾ ਕਿ ਇਹ ਰਾਹ ਸ਼ਾਰੀਰਿਕ ਰੂਪ ਨਾਲ ਚੌੜਾ ਰਾਹ ਹੈ, ਸ਼ਾਰੀਰਿਕ ਰੂਪ ਨਾਲ ਇਹ ਚੌੜਾ ਰਾਹ ਨਹੀਂ ਹੈ, ਪਰ ਜਦੋਂ ਅਸੀਂ ਨੇੜੇ ਆ ਰਹੇ ਸਵਰਗ ਦੇ ਰਾਜ ਬਾਰੇ ਸੋਚ ਕੇ ਵਿਸ਼ਵਾਸ ਦੇ ਨਾਲ ਇਸ ਰਾਹ ਤੇ ਚੱਲਾਂਗੇ ਤਦ ਸਾਡਾ ਰਾਹ ਖੁਸ਼ੀ ਦਾ ਰਾਹ ਹੋਵੇਗਾ। ਸਾਰੇ ਲੋਕੋ, ਮੰਨ ਲਓ ਇੱਕ ਅਪਰਾਧੀ ਨੂੰ ਆਪਣੀ ਫਾਂਸੀ ਕੋਠੀ ਤੱਕ 1 ਕਿਲੋਮੀਟਰ ਚੱਲਣਾ ਪੈਂਦਾ ਹੈ। ਇਹ ਰਾਹ ਨਰਕ ਨਾਲੋਂ ਜ਼ਿਆਦਾ ਦਰਦਨਾਕ ਹੋਵੇਗਾ, ਇਸ ਧਰਤੀ ਤੇ ਸਭ ਤੋਂ ਜ਼ਿਆਦਾ ਦਰਦਨਾਕ ਰਾਹ ਹੋਵੇਗਾ। ਪਰ ਕੀ ਹੋਵੇਗਾ ਜੇਕਰ ਤੁਸੀਂ ਆਪਣੇ ਪਰਿਵਾਰ ਨਾਲ ਮਿਲਣ ਦੇ ਲਈ, ਜਿਸ ਨੂੰ 30 ਸਾਲ ਤੋਂ ਤੁਸੀਂ ਨਹੀਂ ਦੇਖਿਆ ਹੈ ਜਾਂ ਜਿਸ ਨੂੰ ਤੁਸੀਂ ਪਿਆਰ ਕਰਦੇ ਹੋ, 1 ਕਿਲੋਮੀਟਰ ਪੈਦਲ ਚੱਲ ਰਹੇ ਹੋ, ਤਦ ਉਹ ਕਿਸ ਪ੍ਰਕਾਰ ਦਾ ਰਾਹ ਹੋਵੇਗਾ। ਭਾਵੇਂ ਹੀ ਉਹ 1 ਕਿਲੋਮੀਟਰ ਲੰਬਾ ਪਥਰੀਲਾ ਰਾਹ ਹੋਵੇ, ਤੁਸੀਂ ਉਸ ਰਾਹ ਨੂੰ ਓਨਾ ਮੁਸ਼ਕਿਲ ਨਹੀਂ ਮੰਨੋਗੇ। ਭਾਵੇਂ ਹੀ ਇਹ ਇੱਕ ਆਮ ਹਾਲਾਤ ਹਨ, ਪਰ ਸਾਡੇ ਵਿਸ਼ਵਾਸ ਦੇ ਅਨੁਸਾਰ ਇਹ ਅਲੱਗ ਲੱਗਦਾ ਹੈ। ਇਹ ਸੋਚਣ ਦੇ ਬਦਲੇ ਕਿ ਅਸੀਂ ਜਿਸ ਰਾਹ ਤੇ ਚੱਲ ਰਹੇ ਹਾਂ ਉਹ ਦਰਦਨਾਕ ਅਤੇ ਔਖਾ ਰਾਹ ਹੈ। ਆਓ ਅਸੀਂ ਉਸ ਦੁਨੀਆ ਬਾਰੇ ਸੋਚੀਏ ਜੋ ਪਰਮੇਸ਼ਵਰ ਸਾਨੂੰ ਦੇਣਗੇ ਅਤੇ ਕਹਿਣਗੇ, ਮੈਂ ਅੱਜ ਵੀ ਧੰਨਵਾਦੀ ਹਾਂ। ਪਿਤਾ ਅਤੇ ਮਾਤਾ ਜੀ ਦੇ ਨਾਲ ਰਹਿ ਕੇ ਮੈਂ ਖੁਸ਼ ਹਾਂ, ਕਿਉਂਕਿ ਪਰਮੇਸ਼ਵਰ ਨੇ ਮੈਨੂੰ ਸਿਯੋਨ ਵਿੱਚ ਸੱਦਿਆ ਹੈ। ਇਸ ਲਈ ਮੈਂ ਧੰਨਵਾਦੀ ਹਾਂ, ਕਿਉਂਕਿ ਪਰਮੇਸ਼ਵਰ ਨੇ ਸਦੀਪਕ ਜੀਵਨ ਅਤੇ ਮੁਕਤੀ ਦੀ ਆਸ਼ੀਸ਼ ਦਿੱਤੀ ਹੈ। ਇਸ ਲਈ ਮੈਂ ਧੰਨਵਾਦੀ ਹਾਂ। ਸਾਰੇ ਲੋਕੋ, ਧੰਨਵਾਦ ਦੇਣ ਲਈ ਸੈਂਕੜਿਆਂ ਹਜ਼ਾਰਾਂ ਚੀਜ਼ਾਂ ਹਨ, ਪਰ ਜੇਕਰ ਅਸੀਂ ਕੁਝ ਛੋਟੀ ਮੋਟੀ ਗੱਲ ਦੇ ਕਰਕੇ ਪਰਮੇਸ਼ਵਰ ਦੀ ਕਿਰਪਾ ਤੇ ਆਸ਼ੀਸ਼ ਨੂੰ ਦੂਰ ਸੁੱਟ ਦਈਏ ਤਦ ਅਸੀਂ ਐਸਾਓ ਨਾਲੋਂ ਬੇਕਾਰ ਹੋਵਾਂਗੇ। ਆਓ ਅਸੀਂ ਧੰਨਵਾਦ ਕਰੀਏ। ਆਓ ਅਸੀਂ ਆਪਣੇ ਆਲੇ ਦੁਆਲੇ ਦੇ ਹਾਲਾਤਾਂ ਨੂੰ ਨਾ ਦੇਖੀਏ, ਕਿਉਂਕਿ ਧਰਤੀ ਸ਼ਰਨ ਨਗਰ ਹੈ। ਇਸ ਲਈ ਇਹ ਸਵਰਗ ਵਰਗੀ ਦੁਨੀਆ ਨਹੀਂ ਹੈ ਜਿੱਥੇ ਸਭ ਕੁਝ ਚੰਗਾ ਹੁੰਦਾ ਹੈ। ਜਦੋਂ ਅਸੀਂ ਸਵਰਗ ਜਾਵਾਂਗੇ ਤਦ ਜੋ ਅਸੀਂ ਚਾਹੁੰਦੇ ਹਾਂ ਕਰ ਸਕਾਂਗੇ। ਇਸ ਪ੍ਰਣਾਲੀ ਨੂੰ ਪਰਮੇਸ਼ਵਰ ਨੇ ਬਣਾਇਆ ਹੈ ਕਿ ਅਸੀਂ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਯੁੱਗ ਵਿੱਚ ਨਹੀਂ ਜੀ ਰਹੇ। ਤੁਸੀਂ ਰਾਈਸ ਕੁੱਕਰ ਨੂੰ ਚਾਵਲ ਪਕਾਉਣ ਨੂੰ ਕਹਿ ਸਕਦੇ ਹੋ ਅਤੇ ਉਹ ਉਸੇ ਤਰ੍ਹਾਂ ਹੀ ਕਰੇਗਾ, ਅਤੇ ਆਪਣੇ ਰੋਬੋਟ ਵੈਕਿਊਮ ਨੂੰ ਸਾਫ਼ ਕਰਨ ਨੂੰ ਕਹੋ ਤਦ ਉਹ ਉਸੇ ਤਰ੍ਹਾਂ ਹੀ ਕਰੇਗਾ। ਮੈਂ ਕਦੀ ਵੀ ਉਹਨਾਂ ਦੀ ਵਰਤੋਂ ਨਹੀਂ ਕੀਤੀ ਹੈ, ਪਰ ਮੈਂ ਸੁਣਿਆ ਹੈ ਕਿ ਸਾਡੇ ਕੋਲ ਇਹ ਚੀਜ਼ਾਂ ਪਹਿਲਾਂ ਤੋਂ ਹਨ। ਉਹ ਕਲਪਨਾ ਤੋਂ ਪਰੇ ਅਤੇ ਤੁਲਨਾ ਤੋਂ ਪਰੇ ਦੁਨੀਆ ਨੇੜੇ ਭਵਿੱਖ ਵਿੱਚ ਸਾਡੀ ਹੋ ਜਾਵੇਗੀ। ਸਾਨੂੰ ਧੰਨਵਾਦੀ ਅਤੇ ਖੁਸ਼ ਕਿਉਂ ਰਹਿਣਾ ਚਾਹੀਦਾ ਹੈ? ਇਸ ਦਾ ਕੁਝ ਕਾਰਨ ਹੈ। ਸਾਨੂੰ ਸਬਰ ਰੱਖਣਾ ਅਤੇ ਸਹਿਨ ਕਿਉਂ ਕਰਨਾ ਚਾਹੀਦਾ ਹੈ? ਇਸ ਦਾ ਕੁਝ ਕਾਰਨ ਹੈ। ਸਾਨੂੰ ਵਿਚਾਰਵਾਨ ਕਿਉਂ ਰਹਿਣਾ ਚਾਹੀਦਾ ਹੈ? ਇਸ ਦਾ ਕੁਝ ਕਾਰਨ ਹੈ। ਕਿ ਇਸ ਗੱਲ ਦਾ ਵੀ ਕਾਰਨ ਨਹੀਂ ਹੈ ਕਿ ਸਾਨੂੰ ਨਰਮ ਬਣਨਾ ਕਿਉਂ ਚਾਹੀਦਾ ਹੈ, ਕਿਉਂਕਿ ਅਸੀਂ ਇਸ ਤੇ ਵਿਚਾਰ ਕਰਨ ਵਿੱਚ ਅਸਫਲ ਰਹਿ ਕੇ ਹਮੇਸ਼ਾ ਸੰਸਾਰੀ ਨਜ਼ਰੀਏ ਨਾਲ ਚੀਜ਼ਾਂ ਨੂੰ ਮਾਪਣ ਦੀ ਕੋਸ਼ਿਸ਼ ਕਰਦੇ ਹਾਂ। ਇਸ ਲਈ ਅਸੀਂ ਸਿਰਫ ਉਹਨਾਂ ਚੀਜ਼ਾਂ ਨੂੰ ਦੇਖਦੇ ਹਾਂ ਜੋ ਸਾਡੇ ਸਾਹਮਣੇ ਹਨ। ਇਸ ਲਈ ਕਦੀ-ਕਦੀ ਅਸੀਂ ਕੰਮ ਦੇ ਬੋਝ ਤੋਂ ਚਿੜ ਜਾਂਦੇ ਹਾਂ। ਅਸਲ ਵਿੱਚ ਇਸ ਤਰ੍ਹਾਂ ਨਹੀਂ ਹੈ ਕਿ ਬਹੁਤ ਕੰਮ ਹੈ, ਪਰ ਸਿਰਫ ਇੰਨਾ ਹੈ ਕਿ ਅਸੀਂ ਕੰਮ ਨੂੰ ਸੰਭਾਲ ਨਹੀਂ ਸਕਦੇ। ਕਿਉਂਕਿ ਅਸੀਂ ਨਹੀਂ ਕਰ ਸਕਦੇ, ਇਸ ਲਈ ਚਿੜ ਜਾਂਦੇ ਹਾਂ। ਇਸ ਲਈ ਪਰਮੇਸ਼ਵਰ ਨੇ ਕਿਹਾ, ਹਮੇਸ਼ਾ ਆਨੰਦਿਤ ਰਹੋ ਅਤੇ ਧੰਨਵਾਦ ਕਰੋ। ਇਸ ਕੋਰੋਨਾ ਵਾਇਰਸ ਵਿਸ਼ਵ ਮਹਾਮਾਰੀ ਦੌਰਾਨ ਬਹੁਤ ਸਾਰੇ ਲੋਕਾਂ ਨੇ ਆਪਣੀਆਂ ਨੌਕਰੀਆਂ ਗੁਆ ਦਿੱਤੀਆਂ ਹਨ ਅਤੇ ਹੁਣ ਉਹ ਨੌਕਰੀ ਦੀ ਤਲਾਸ਼ ਵਿੱਚ ਇੱਧਰ-ਉੱਧਰ ਭਟਕ ਰਹੇ ਹਨ। ਪਰ ਪਿਤਾ ਅਤੇ ਮਾਤਾ ਨੇ ਸਾਨੂੰ ਇਸ ਤਰ੍ਹਾਂ ਦੇ ਹਾਲਾਤ ਦਿੱਤੇ ਹਨ ਜਿਨ੍ਹਾਂ ਵਿੱਚ ਅਸੀਂ ਜਦੋਂ ਤੱਕ ਸਵਰਗ ਨਹੀਂ ਜਾਂਦੇ ਤਦ ਤੱਕ ਬਿਨਾਂ ਥੱਕੇ ਕੰਮ ਕਰ ਸਕਦੇ ਹਾਂ। ਜੇਕਰ ਅਸੀਂ ਧੰਨਵਾਦ ਨਾ ਕਰੀਏ
ਤਦ ਸਿਰਫ ਸੰਸਾਰਿਕ ਦੁਨੀਆ ਬਾਰੇ ਸੋਚਦੇ ਰਹਿ ਜਾਓਗੇ। ਬਾਹਰਲੇ ਹਾਲਾਤ ਬਦਲਣ ਤੇ ਵੀ ਸਵਰਗ ਦਾ ਰਾਜ ਕਦੀ ਨਹੀਂ ਬਦਲਦਾ। ਸਵਰਗ ਹਮੇਸ਼ਾ ਉੱਥੇ ਰਹਿੰਦਾ ਹੈ ਜਿੱਥੇ ਉਹ ਹੈ। ਸਾਨੂੰ ਸਵਰਗ ਦੀ ਲਾਲਸਾ ਕਰਦੇ ਹੋਏ ਅੱਗੇ ਵਧਣਾ ਚਾਹੀਦਾ ਹੈ ਨਾ। ਆਓ ਅਸੀਂ ਇਬਰਾਨੀਆਂ ਅਧਿਆਇ 9 ਵਚਨ 27 ਦੇਖੀਏ। ਅਤੇ ਜਿਵੇਂ ਮਨੁੱਖਾਂ ਲਈ ਇੱਕ ਵਾਰ ਮਰਨਾ ਠਹਿਰਾਇਆ ਹੋਇਆ ਹੈ ਅਤੇ ਉਹਦੇ ਪਿੱਛੋਂ ਨਿਆਂ ਹੁੰਦਾ ਹੈ, ਤਿਵੇਂ ਮਸੀਹ ਵੀ ਬਾਲਿਆਂ ਦੇ ਪਾਪਾਂ ਨੂੰ ਚੁੱਕਣ ਲਈ ਇੱਕੋ ਹੀ ਵਾਰ ਚੜਾਇਆ ਗਿਆ ਅਤੇ ਉਹਨਾਂ ਉੱਤੇ ਜਿਹੜੇ ਉਹਨੂੰ ਉਡੀਕਦੇ ਹਨ ਪਾਪ ਦੇ ਕੰਮ ਤੋਂ ਅੱਡ ਹੋ ਕੇ ਮੁਕਤੀ ਲਈ ਦੂਈ ਵਾਰ ਪ੍ਰਗਟ ਹੋਵੇਗਾ। ਮਸੀਹ ਦੇ ਦੂਸਰੀ ਵਾਰ ਧਰਤੀ ਤੇ ਸਰੀਰ ਪਾ ਕੇ ਆਉਣ ਦੀ ਭਵਿੱਖਬਾਣੀ ਦੇ ਵਿਸ਼ੇ ਵਿੱਚ ਕਹੀਏ ਤਾਂ ਇਸ ਤਰ੍ਹਾਂ ਦੀ ਕੁਝ ਗੱਲ ਹੈ ਜਿਸ ਤੇ ਸਾਨੂੰ ਵਿਚਾਰ ਕਰਨਾ ਚਾਹੀਦਾ ਹੈ। ਸਾਰੇ ਲੋਕੋ, ਤੁਹਾਨੂੰ ਪਰਿਭਾਸ਼ਾ ਟਰਾਮਾ ਦਾ ਗਿਆਨ ਹੈ ਨਾ। ਇਹ ਕੁਝ ਦਰਦਨਾਕ ਘਟਨਾ ਦੇ ਪ੍ਰਤੀ ਕਿਸੇ ਵਿਅਕਤੀ ਦੀ ਇੱਕ ਭਾਵਨਾ ਨਾਲ ਜੁੜੀ ਪ੍ਰਤੀਕਿਰਿਆ ਦਾ ਹੁੰਗਾਰਾ ਭਰਦਾ ਹੈ ਜੋ ਦੁਬਾਰਾ ਉਸੇ ਤਰ੍ਹਾਂ ਦੀ ਘਟਨਾ ਦਾ ਵਾਪਰਨ ਤੇ ਵੀ ਲਗਭਗ ਇੱਕੋ ਹੀ ਹਾਲਾਤ ਵਿੱਚ ਪੈਣ ਤੇ ਉਸੇ ਦਰਦ ਨੂੰ ਮਹਿਸੂਸ ਕਰਦਾ ਹੈ। 2000 ਸਾਲ ਪਹਿਲਾਂ ਪਰਮੇਸ਼ਵਰ ਮਨੁੱਖ ਜਾਤੀ ਦੀ ਮੁਕਤੀ ਕਰਨ ਦੇ ਲਈ ਸਰੀਰ ਪਾ ਕੇ ਆਏ ਸੀ। ਜਦੋਂ ਉਹ ਆਏ ਤਦ ਮਨੁੱਖ ਜਾਤੀ ਨੂੰ ਇਸ ਗੱਲ ਦਾ ਗਿਆਨ ਦਿੱਤਾ ਕਿ ਸਵਰਗ ਕਿਵੇਂ ਜਾਈਏ। ਇਹ ਇਸ ਲਈ ਹੈ ਕਿਉਂਕਿ ਪਾਪੀ ਖੁਦ ਇਸ ਰਾਹ ਨੂੰ ਨਹੀਂ ਜਾਣ ਸਕਦੇ। ਪਰਮੇਸ਼ਵਰ ਨੇ ਸਾਨੂੰ ਸਵਰਗੀ ਲੋਕ ਬਣਾਉਣ ਦੇ ਲਈ ਹਰ ਰਾਹ ਸਿਖਾਇਆ, ਪਰ ਕਿਉਂਕਿ ਜਿਸ ਤਰ੍ਹਾਂ ਉਹ ਆਏ ਸੀ ਉਹ ਉਹਨਾਂ ਦੀ ਸਮਝ ਨਾਲ ਸਿੱਖੀ ਹੋਈ ਗੱਲ ਤੋਂ ਅਲੱਗ ਸੀ, ਇਸ ਲਈ ਯਹੂਦੀਆਂ ਨੇ ਸਰੀਰ ਪਾ ਕੇ ਆਏ ਹੋਏ ਪਰਮੇਸ਼ਵਰ ਦੇ ਸਿਰ ਤੇ ਕੰਡਿਆਂ ਦਾ ਮੁਕਟ ਪਹਿਨਾਇਆ, ਉਹਨਾਂ ਦੀ ਵੱਖੀ ਵਿੰਨੀ ਅਤੇ ਉਹਨਾਂ ਨੂੰ ਸਲੀਬ ਤੇ ਚੜਾਇਆ। ਉਹਨਾਂ ਦਾ ਦਰਦ ਇੰਨਾ ਜ਼ਬਰਦਸਤ ਸੀ ਕਿ ਬਾਈਬਲ ਵਿੱਚ ਲਿਖਿਆ ਹੈ ਜਦੋਂ ਉਹ ਪ੍ਰਾਰਥਨਾ ਕਰ ਰਹੇ ਸੀ ਤਦ ਉਹਨਾਂ ਦਾ ਪਸੀਨਾ ਲਹੂ ਦੀਆਂ ਬੂੰਦਾਂ ਦੇ ਵਾਂਗ ਜ਼ਮੀਨ ਤੇ ਡਿੱਗ ਰਿਹਾ ਸੀ। ਇਸ ਤਰ੍ਹਾਂ ਇਸ ਲਈ ਹੈ ਕਿਉਂਕਿ ਉਹ ਇੱਕ ਦਰਦਨਾਕ ਹਾਲਾਤ ਬਾਰੇ ਸੋਚ ਰਿਹਾ ਸੀ। ਉਹਨਾਂ ਦੇ ਲਈ ਸਿਰਫ ਹੋਣ ਵਾਲੀ ਗੱਲ ਤੇ ਵਿਚਾਰ ਕਰਨਾ ਕਾਫੀ ਨਹੀਂ ਸੀ। ਉਹਨਾਂ ਦੀ ਅਸਲ ਵਿੱਚ ਬੇਇੱਜ਼ਤੀ ਹੋਈ, ਉਹਨਾਂ ਦੇ ਮੂੰਹ ਤੇ ਥੁੱਕਿਆ ਗਿਆ ਅਤੇ ਉਹਨਾਂ ਨੂੰ ਸਲੀਬ ਤੇ ਚੜਾਇਆ ਗਿਆ। ਇੱਥੋਂ ਤੱਕ ਕਿ ਲੋਕਾਂ ਨੇ ਉਹਨਾਂ ਦੇ ਕੱਪੜੇ ਤੇ ਚਿੱਠੀ ਵੀ ਪਾਈ ਕਿ ਉਹ ਕਿਸ ਦਾ ਹੋਵੇਗਾ। ਪਿਤਾ ਨੂੰ ਘੋਰ ਅਪਮਾਨ ਅਤੇ ਬਹੁਤ ਜ਼ਿਆਦਾ ਦਰਦ ਦਾ ਸਾਹਮਣਾ ਕਰਨਾ ਪਿਆ ਜਿਸ ਨੂੰ ਮਨੁੱਖ ਕਦੀ ਸਹਿ ਨਹੀਂ ਸਕਦਾ। ਪਰ ਉਹਨਾਂ ਨੇ ਇਸ ਜਗ੍ਹਾ ਤੇ ਫਿਰ ਤੋਂ ਆਉਣ ਦਾ ਵਾਅਦਾ ਕੀਤਾ ਜਿੱਥੇ ਉਹਨਾਂ ਨੂੰ ਕਸ਼ਟ ਭਰੇ ਅਨੁਭਵ ਤੋਂ ਗੁਜ਼ਰਨਾ ਪਿਆ। ਜੇਕਰ ਤੁਸੀਂ ਸੜਕ ਤੇ ਕਿਸੇ ਲੁਟੇਰੇ ਦਾ ਸ਼ਿਕਾਰ ਬਣ ਜਾਓ ਤਦ ਭਾਵੇਂ ਦਿਨ ਹੋਵੇ ਜਾਂ ਰਾਤ ਕਿ ਤੁਸੀਂ ਉਸ ਸੜਕ ਤੇ ਵਾਪਸ ਜਾਣਾ ਚਾਹੋਗੇ। ਪਰ ਸਾਡੇ ਪਰਮੇਸ਼ਵਰ ਇਸ ਤਰ੍ਹਾਂ ਦੀ ਜਗ੍ਹਾ ਤੇ ਆਏ ਜਿੱਥੇ ਉਹਨਾਂ ਨੂੰ ਕਸ਼ਟ ਭਰੇ ਅਨੁਭਵ ਤੋਂ ਗੁਜ਼ਰਨਾ ਪਿਆ। ਉਹ ਵਾਪਸ ਕਿਉਂ ਆਏ? ਕੀ ਉਹ ਸੋਨਾ ਹਾਸਲ ਕਰਨ ਦੇ ਲਈ ਵਾਪਸ ਆਏ? ਇੱਕੋ ਇੱਕ ਗ੍ਰਹਿ ਜਿੱਥੇ ਲੋਕ ਪਰਮੇਸ਼ਵਰ ਦੇ ਨਾਲ ਬੇਰਹਿਮੀ ਅਤੇ ਕਠੋਰਤਾ ਨਾਲ ਪੇਸ਼ ਆਏ, ਇਹ ਧਰਤੀ ਹੈ। ਤੁਹਾਨੂੰ ਕੀ ਲੱਗਦਾ ਹੈ ਕਿ ਪਰਮੇਸ਼ਵਰ ਇਸ ਜਗ੍ਹਾ ਤੇ ਵਾਪਸ ਕਿਉਂ ਆਏ? ਉਹ ਸਾਡੀ ਹੀ ਮੁਕਤੀ ਦੇ ਲਈ ਆਏ, ਕਿਉਂਕਿ ਜਦੋਂ ਤੱਕ ਪਰਮੇਸ਼ਵਰ ਨਹੀਂ ਆਉਂਦੇ ਤਦ ਤੱਕ ਸਾਡੀ ਮੁਕਤੀ ਨਹੀਂ ਹੋ ਸਕਦੀ। ਇਸ ਲਈ ਉਹ ਇਸ ਤਰ੍ਹਾਂ ਦੀ ਜਗ੍ਹਾ ਤੇ ਫਿਰ ਤੋਂ ਆਏ ਜਿੱਥੇ ਉਹਨਾਂ ਨੂੰ ਕਸ਼ਟ ਨਾ ਭਰੇ ਅਨੁਭਵ ਤੋਂ ਗੁਜ਼ਰਨਾ ਪਿਆ ਸੀ। ਭਰਾਵੋ ਅਤੇ ਭੈਣੋ, ਜਦੋਂ ਅਸੀਂ ਇਸ ਗੱਲ ਤੇ ਵਿਚਾਰ ਕਰਦੇ ਹਾਂ ਕਿ ਪਰਮੇਸ਼ਵਰ ਸਾਨੂੰ ਕਿੰਨਾ ਮਹਾਨ ਪਿਆਰ ਦੇ ਰਹੇ ਹਨ, ਅਸੀਂ ਉਹਨਾਂ ਛੋਟੀ ਗੱਲਾਂ ਨਾਲ ਜਿਨ੍ਹਾਂ ਦਾ ਅਸੀਂ ਅਨੁਭਵ ਕਰ ਰਹੇ ਹਾਂ ਅਤੇ ਇੱਥੋਂ ਤੱਕ ਕਿ ਦੂਸਰੇ ਭਰਾ ਭੈਣਾਂ ਦੇ ਕਰਕੇ ਹੋਈ ਅਸੁਵਿਧਾਜਨਕ ਅਤੇ ਅਯੋਗਤਾ ਵਾਲੀਆਂ ਗੱਲਾਂ ਤੇ ਵੀ ਕਾਬੂ ਪਾ ਸਕਦੇ ਹਾਂ। ਸਾਡੇ ਪਰਮੇਸ਼ਵਰ ਨੇ ਇਸ ਤੋਂ ਬਹੁਤ ਤੇਜ਼ ਦਰਦ ਸਹਿਨ ਕੀਤਾ ਅਤੇ ਸਬਰ ਦੇ ਨਾਲ ਇਸ ਰਾਹ ਤੇ ਚੁੱਪਚਾਪ ਤੁਰੇ। ਪਰ ਜੇਕਰ ਅਸੀਂ ਪਰਮੇਸ਼ਵਰ ਦੀ ਸੰਤਾਨ ਇਸ ਪ੍ਰਕਾਰ ਦੇ ਰਾਹ ਤੇ ਨਹੀਂ ਤੁਰ ਸਕੇ ਤਦ ਕੀ ਹੋਵੇਗਾ ਕਿ ਅਸੀਂ ਪਰਮੇਸ਼ਵਰ ਦੀ ਇੱਛਾ ਦਾ ਚੰਗੀ ਤਰ੍ਹਾਂ ਨਾਲ ਪਾਲਨ ਕਰ ਰਹੇ ਹਾਂ। ਸਾਨੂੰ ਘੱਟ ਤੋਂ ਘੱਟ ਇੱਕ ਹੋਰ ਵਾਰ ਇਸ ਗੱਲ ਤੇ ਵਿਚਾਰ ਕਰਨ ਦੀ ਜ਼ਰੂਰਤ ਹੈ। ਸਵਰਗੀ ਪਿਤਾ ਮਰਨ ਦੇ ਲਈ ਨਿਯੁਕਤ ਸਵਰਗੀ ਪਾਪੀਆਂ ਦੇ ਲਈ ਇਸ ਧਰਤੀ ਤੇ ਆਏ ਜਿੱਥੇ ਉਹਨਾਂ ਨੂੰ ਕਸ਼ਟ ਨਾ ਭਰੇ ਅਨੁਭਵ ਤੋਂ ਗੁਜ਼ਰਨਾ ਪੈਂਦਾ ਸੀ। ਫਿਰ ਹੁਣ ਤੋਂ ਸਾਨੂੰ ਆਪਣਾ ਜੀਵਨ ਕਿਵੇਂ ਜਿਉਣਾ ਚਾਹੀਦਾ ਹੈ? ਕੀ ਤੁਸੀਂ ਕਦੀ ਪਿਤਾ ਅਤੇ ਮਾਤਾ ਨੂੰ ਕਹਿੰਦੇ ਹੋ ਤੁਸੀਂ ਹੋਰ ਮੈਂਬਰਾਂ ਦੇ ਲਈ ਇਹ ਕਿਵੇਂ ਕਰ ਸਕੇ ਪਰ ਮੇਰੇ ਲਈ ਨਹੀਂ? ਸਾਨੂੰ ਚਾਹੀਦਾ ਹੈ ਅਸੀਂ ਹਮੇਸ਼ਾ ਖੁਸ਼ ਰਹੀਏ। ਸਾਨੂੰ ਚਾਹੀਦਾ ਹੈ ਕਿ ਅਸੀਂ ਧੰਨਵਾਦ ਕਰੀਏ। ਹੁਣ ਸਾਨੂੰ ਸਿਆਣੇ ਹੋਣਾ ਚਾਹੀਦਾ ਹੈ। ਜੇਕਰ ਮੇਰੇ ਆਲੇ ਦੁਆਲੇ ਦੇ ਸਾਰੇ ਲੋਕ ਹਮੇਸ਼ਾ ਉਹ ਕਰਦੇ ਰਹਿਣ ਜੋ ਮੈਂ ਉਹਨਾਂ ਨੂੰ ਕਰਨ ਦੇ ਲਈ ਕਹਿੰਦਾ ਤਦ ਮੇਰੇ ਲਈ ਕੰਡਿਆਂ ਦੇ ਮੁਕਟ ਦੀ ਭੂਮਿਕਾ ਕੌਣ ਨਿਭਾ ਸਕੇਗਾ? ਮੈਨੂੰ ਨੇਜੇ ਨਾਲ ਵਿੰਨਣ ਦੀ ਭੂਮਿਕਾ ਕੌਣ ਅਦਾ ਕਰ ਸਕੇਗਾ? ਕੀ ਅਸੀਂ ਕਹਿ ਸਕਦੇ ਹਾਂ ਕਿ ਅਸੀਂ ਪਿਤਾ ਦੇ ਵਾਂਗ ਹਾਂ? ਕੀ ਅਸੀਂ ਇਸ ਗੱਲ ਨੂੰ ਲੈ ਕੇ ਯਕੀਨ ਕਰ ਸਕਦੇ ਹਾਂ ਕਿ ਅਸੀਂ ਮਾਤਾ ਦੇ ਵਾਂਗ ਹਾਂ? ਇਹਨਾਂ ਮੁਸ਼ਕਿਲਾਂ ਦੁਆਰਾ ਸਾਨੂੰ ਪਰਮੇਸ਼ਵਰ ਦੇ ਵਾਂਗ ਬਣਨ ਦੇ ਲਈ
ਬਦਲਦੇ ਰਹਿਣਾ ਚਾਹੀਦਾ ਹੈ। ਜੇਕਰ ਅਸੀਂ ਹਰ ਗੱਲ ਵਿੱਚ ਪਿਤਾ ਅਤੇ ਮਾਤਾ ਦੇ ਵਾਂਗ ਬਣੀਏ, ਤਦ ਜਦੋਂ ਅਸੀਂ ਸਵਰਗ ਜਾਵਾਂਗੇ, ਤਦ ਸਵਰਗ ਦੇ ਦਰਵਾਜ਼ੇ ਤੇ ਪਹਿਰਾ ਦੇਣ ਵਾਲੇ ਸਵਰਗਦੂਤਾਂ ਨੂੰ ਸਾਡੀ ਜਾਂਚ ਕਰਨ ਦੀ ਕੋਈ ਜ਼ਰੂਰਤ ਨਹੀਂ ਹੋਵੇਗੀ। ਸਾਡੀ ਸਮਾਨਤਾ ਆਪਣੇ ਆਪ ਪ੍ਰਾਣਿਕਤਾ ਦਾ ਪ੍ਰਮਾਣ ਪੱਤਰ ਹੈ। ਇਹ ਇੱਕ ਪ੍ਰਮਾਣਿਤ ਜਾਂਚ ਹੈ, ਕਿਉਂਕਿ ਸਿਰਫ ਪਿਤਾ ਪਰਮੇਸ਼ਵਰ ਅਤੇ ਮਾਤਾ ਪਰਮੇਸ਼ਵਰ ਦੀ ਸੰਤਾਨ ਹੀ ਉਹਨਾਂ ਦੇ ਵਾਂਗ ਬਣ ਸਕਦੀ ਹੈ। ਇਸ ਲਈ ਸਵਰਗਦੂਤ ਕਹਿਣਗੇ, ਆਓ ਦਰਵਾਜ਼ੇ ਵਿੱਚ ਪ੍ਰਵੇਸ਼ ਕਰੋ। ਸਾਨੂੰ ਕਿਰਪਾ ਨਾਲ ਭਰਪੂਰ ਪਿਤਾ ਅਤੇ ਮਾਤਾ ਦੇ ਰਾਹ ਦਾ ਪਾਲਨ ਕਰਨਾ ਚਾਹੀਦਾ ਹੈ। ਅਤੇ ਸਾਨੂੰ ਉਹਨਾਂ ਦੇ ਰਾਹ ਦਾ ਪਾਲਨ ਕਰਦੇ ਸਮੇਂ ਕੀ ਕਰਨਾ ਚਾਹੀਦਾ ਹੈ? ਸਾਨੂੰ ਉਹਨਾਂ ਦਾ ਧੰਨਵਾਦ ਕਰਨਾ ਚਾਹੀਦਾ ਹੈ। ਸਾਨੂੰ ਧੰਨਵਾਦੀ ਹੋਣ ਦੇਣ ਦੇ ਲਈ ਪਰਮੇਸ਼ਵਰ ਨੇ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਦਿੱਤੀਆਂ ਹਨ। ਫਿਰ ਵੀ ਅਸੀਂ ਧੰਨਵਾਦ ਨਾ ਕਹਿੰਦੇ ਹੋਏ ਹਰ ਦਿਨ ਸ਼ਿਕਾਇਤ ਕਰ ਸਕਦੇ ਹਾਂ, ਮੈਨੂੰ ਇਹ ਚਾਹੀਦਾ ਹੈ, ਮੈਨੂੰ ਉਹ ਚਾਹੀਦਾ ਹੈ। ਜਦੋਂ ਅਸੀਂ ਬੱਚੇ ਸੀ ਤਦ ਅਸੀਂ ਪਿਤਾ ਅਤੇ ਮਾਤਾ ਜੀ ਤੋਂ ਪ੍ਰਾਰਥਨਾ ਕਰਿਆ ਕਰਦੇ ਸੀ, ਮੇਰੇ ਲਈ ਇਹ ਅਤੇ ਉਹ ਕਰ ਦਿਓ। ਪਰ ਇੱਕ ਵਾਰ ਸਿਆਣੇ ਹੋਣ ਤੇ ਸਾਨੂੰ ਕਹਿਣਾ ਚਾਹੀਦਾ ਹੈ, ਹਰ ਗੱਲ ਦੇ ਲਈ ਤੁਹਾਡਾ ਧੰਨਵਾਦ, ਤੁਹਾਡੀ ਹੀ ਸਤੁਤੀ ਹੋਵੇ। ਪ੍ਰਕਾਸ਼ ਦੀ ਪੋਥੀ ਦੀ ਕਿਤਾਬ ਵਿੱਚ ਕੀ ਕਿਹਾ ਗਿਆ ਹੈ? ਸਵਰਗ ਵਿੱਚ ਸਵਰਗਦੂਤ ਅਤੇ 24 ਪ੍ਰਾਚੀਨ ਕੀ ਕਰਦੇ ਹਨ? ਇਹ ਹਰ ਦਿਨ ਤੁਸੀਂ ਪਵਿੱਤਰ ਹੋ। ਅਸੀਂ ਸਿਰਫ ਤੁਹਾਡੀ ਸਤੁਤੀ ਕਰ ਸਕਦੇ ਹਾਂ। ਕੋਈ ਵੀ ਨਹੀਂ ਕਹਿੰਦਾ ਤੁਸੀਂ ਮੇਰੇ ਤੇ ਥੋੜੀ ਹੀ ਕਿਰਪਾ ਕਿਉਂ ਕੀਤੀ, ਜਦਕਿ ਦੂਸਰੇ ਮੈਂਬਰ ਤੇ ਤਾਂ ਤੁਸੀਂ ਜ਼ਿਆਦਾ ਕਿਰਪਾ ਕੀਤੀ। ਸਵਰਗ ਵਿੱਚ ਇਸ ਤਰ੍ਹਾਂ ਦੀਆਂ ਟਿੱਪਣੀਆਂ ਨਹੀਂ ਹਨ। ਉਹ ਸਿਰਫ ਕਹਿੰਦੇ ਹਨ, ਧੰਨਵਾਦ, ਅਸੀਂ ਤੁਹਾਡੀ ਵਡਿਆਈ ਕਰਦੇ ਹਾਂ, ਕਿਉਂਕਿ ਤੁਸੀਂ ਇਹਨਾਂ ਪਾਪੀਆਂ ਦੇ ਲਈ ਕਸ਼ਟ ਨਾ ਭਰੇ ਅਨੁਭਵ ਤੋਂ ਗੁਜ਼ਰੇ ਸੀ, ਇਸ ਲਈ ਅਸੀਂ ਸਵਰਗ ਆ ਸਕੇ ਹਾਂ। ਅਸੀਂ ਇਸ ਦੇ ਲਈ ਬਹੁਤ ਧੰਨਵਾਦੀ ਹਾਂ। ਅਸੀਂ ਇੱਥੇ ਬੁੜਬੁੜਾਉਣ ਜਾਂ ਸ਼ਿਕਾਇਤ ਕਰਨ ਦੀ ਹਿੰਮਤ ਕਿਵੇਂ ਕਰ ਸਕਦੇ ਹਨ? ਇਸ ਲਈ ਉਹ ਹਮੇਸ਼ਾ ਹਰ ਗੱਲ ਵਿੱਚ ਪਰਮੇਸ਼ਵਰ ਦਾ ਧੰਨਵਾਦ ਅਤੇ ਸਤੁਤੀ ਕਰਦੇ ਹਨ। ਭਾਵੇਂ ਕਰੋਨਾ ਵਾਇਰਸ ਵਿਸ਼ਵ ਮਹਾਮਾਰੀ ਨਾਲੋਂ ਵੀ ਬੇਕਾਰ ਹਾਲਤ ਪੈਦਾ ਹੋਣ, ਸਾਨੂੰ ਪਰਮੇਸ਼ਵਰ ਨੂੰ ਕਦੀ ਭੁੱਲਣਾ ਨਹੀਂ ਚਾਹੀਦਾ। ਆਓ ਅਸੀਂ ਪਰਮੇਸ਼ਵਰ ਦੇ ਮਹਾਨ ਪਿਆਰ ਨੂੰ ਹਮੇਸ਼ਾ ਆਪਣੇ ਮਨ ਵਿੱਚ ਰੱਖੀਏ। ਆਓ ਅਸੀਂ ਲੂਕਾ ਅਧਿਆਇ 5 ਵਚਨ 21 ਦੇਖੀਏ। ਤਾਂ ਗ੍ਰੰਥੀ ਅਰ ਫਰੀਸੀ ਵਿਚਾਰ ਕਰਨ ਲੱਗੇ, ਭਾਈ ਇਹ ਕੌਣ ਹੈ ਜਿਹੜਾ ਕੁਫਰ ਬਕਦਾ ਹੈ? ਇੱਕ ਪਰਮੇਸ਼ਵਰ ਬਿਨਾਂ ਹੋਰ ਕੌਣ ਪਾਪ ਮਾਫ ਕਰ ਸਕਦਾ ਹੈ? ਪਰ ਯੀਸ਼ੂ ਨੇ ਉਹਨਾਂ ਦੀਆਂ ਸੋਚਾਂ ਨੂੰ ਜਾਣ ਕੇ ਅੱਗੋਂ ਉਹਨਾਂ ਨੂੰ ਆਖਿਆ, ਤੁਸੀਂ ਆਪਣੇ ਮਨਾਂ ਵਿੱਚ ਕੀ ਸੋਚਦੇ ਹੋ? ਕਿਹੜੀ ਗੱਲ ਸੁਖਾਲੀ ਹੈ, ਇਹ ਕਹਿਣਾ ਜੋ ਤੇਰੇ ਪਾਪ ਮਾਫ ਹੋਏ, ਜਾਂ ਇਹ ਕਹਿਣਾ ਭਾਈ ਉੱਠ ਅਤੇ ਤੁਰ? ਪਰ ਇਸ ਲਈ ਜੋ ਤੁਸੀਂ ਜਾਣੋ ਕਿ ਮਨੁੱਖ ਦੇ ਪੁੱਤਰ ਨੂੰ ਧਰਤੀ ਉੱਤੇ ਪਾਪ ਮਾਫ ਕਰਨ ਦਾ ਇਖਤਿਆਰ ਹੈ। ਸਵਰਗੀ ਪਿਤਾ ਅਤੇ ਸਵਰਗੀ ਮਾਤਾ ਜੀ ਨੇ ਪਾਪ ਦੇ ਭਾਰੀ ਬੋਝ ਨਾਲ ਦੱਬੀ ਸੰਤਾਨਾਂ ਨੂੰ ਨਵੇਂ ਨੇਮ ਦੇ ਸੱਚ ਦਾ ਪ੍ਰਚਾਰ ਕੀਤਾ, ਤਾਂ ਜੋ ਅਸੀਂ ਮਾਫੀ ਪਾ ਸਕੀਏ। ਕੀ ਸੰਸਾਰ ਦੇ ਲੋਕਾਂ ਨੂੰ ਨਵੇਂ ਨੇਮ ਦਾ ਗਿਆਨ ਹੈ? ਕੀ ਉਹ ਜਾਣਦੇ ਹਨ ਕਿ ਪਾਪਾਂ ਦੀ ਮਾਫੀ ਕਿਵੇਂ ਮਿਲਦੀ ਹੈ? ਕੀ ਉਹ ਪਾਪਾਂ ਦੀ ਮਾਫੀ ਕਰਨ ਦਾ ਅਧਿਕਾਰ ਲੈ ਕੇ ਸਰੀਰ ਵਿੱਚ ਆਏ ਹੋਏ ਪਰਮੇਸ਼ਵਰ ਨੂੰ ਜਾਣਦੇ ਹਨ? ਸਾਡੇ ਬਾਰੇ ਕੀ? ਅਸੀਂ ਜ਼ਿਆਦਾ ਕਿਰਪਾ ਪਾਈ ਹੈ ਅਤੇ ਬਹੁਤ ਸਾਰੀਆਂ ਗੱਲਾਂ ਜਾਣਦੇ ਹਾਂ, ਪਰ ਜਾਣਨਾ ਸਭ ਕੁਝ ਨਹੀਂ ਹੈ। ਸਾਨੂੰ ਉਹਨਾਂ ਸਭ ਗੱਲਾਂ ਦੇ ਲਈ ਧੰਨਵਾਦ ਅਤੇ ਸਤੁਤੀ ਕਰਨੀ ਚਾਹੀਦੀ ਹੈ ਜੋ ਅਸੀਂ ਜਾਣਦੇ ਹਾਂ। ਅਸੀਂ ਆਤਮਾ ਤੇ ਲਾੜੀ ਅਰਥਾਤ ਪਿਤਾ ਪਰਮੇਸ਼ਵਰ ਅਤੇ ਮਾਤਾ ਪਰਮੇਸ਼ਵਰ ਦੀ ਸੇਵਾ ਕਰ ਰਹੇ ਹਾਂ, ਜੋ ਸਿਰਫ ਇਹ ਕਹਿ ਕੇ ਕਿ ਤੁਹਾਡੇ ਪਾਪ ਮਾਫ ਹੋਏ, ਸੈਂਕੜਿਆਂ ਹਜ਼ਾਰਾਂ ਸਾਲਾਂ ਤੋਂ ਮਾਫ ਨਾ ਹੁੰਦੇ ਹੋਏ ਪਾਪਾਂ ਨੂੰ ਮਾਫ ਕਰ ਸਕਦੇ ਹਨ। ਅਸੀਂ ਸਰਵ ਸ਼ਕਤੀਮਾਨ ਪਰਮੇਸ਼ਵਰ ਦੀ ਸੇਵਾ ਕਰ ਰਹੇ ਹਾਂ। ਇਸ ਕਾਰਨ ਸਾਨੂੰ ਸਵਰਗ ਦੇ ਵਿਸ਼ਵਾਸ ਅਤੇ ਆਸ ਨੂੰ ਛੱਡ ਕੇ ਜਾਂ ਕੁਝ ਥੋੜੀ ਚੀਜ਼ ਦੇ ਲਈ ਆਪਣੀ ਆਤਮਾ ਨੂੰ ਭ੍ਰਿਸ਼ਟ ਕਰਕੇ ਇਸ ਸੰਸਾਰਿਕ ਦੁਨੀਆ ਦੇ ਜਾਲ ਵਿੱਚ ਫਸਣਾ ਨਹੀਂ ਚਾਹੀਦਾ। ਇਹ ਸਰਵ ਸ਼ਕਤੀਮਾਨ ਪਰਮੇਸ਼ਵਰ ਸਾਡੇ ਨਾਲ ਹੈ। ਕਿ ਪਰਮੇਸ਼ਵਰ ਨੇ ਸਾਨੂੰ ਨਵੇਂ ਨੇਮ ਦੇ ਪਸਾ ਦੇ ਜ਼ਰੀਏ ਪ੍ਰਚਾਰ ਨਹੀਂ ਕੀਤਾ, ਜੋ ਮੇਰਾ ਮਾਂਸ ਖਾਂਦਾ ਅਤੇ ਮੇਰਾ ਲਹੂ ਪੀਂਦਾ ਹੈ ਉਹ ਪਾਪਾਂ ਦੀ ਮਾਫੀ ਅਤੇ ਸਦੀਪਕ ਜੀਵਨ ਪਾਵੇਗਾ। ਲੋਕ ਕਹਿੰਦੇ ਹਨ ਕਿ ਜਿਵੇਂ ਜਿਵੇਂ ਆਰਥਿਕਤਾ ਵਿੱਚ ਸੁਧਾਰ ਹੁੰਦਾ ਹੈ, ਲੋਕ ਛੋਟੀ ਅਸੁਵਿਧਾਵਾਂ ਨੂੰ ਲੈ ਕੇ ਹੋਰ ਵੀ ਬੇਚੈਨ ਹੋ ਜਾਂਦੇ ਹਨ। ਪੁਰਾਣੇ ਦਿਨਾਂ ਵਿੱਚ ਕਾਫੀ ਲੋਕਾਂ ਦੇ ਲਈ ਇੱਕ ਹੀ ਕਮਰਾ ਸਾਂਝਾ ਕਰਨਾ ਕੁਦਰਤੀ ਸੀ। ਬੇਸ਼ੱਕ ਇਹ ਹਰ ਕਿਸੇ ਤੇ ਲਾਗੂ ਨਹੀਂ ਹੁੰਦਾ, ਪਰ ਅੱਜ ਕੱਲ੍ਹ ਬਹੁਤ ਸਾਰੇ ਲੋਕ ਇਕੱਲੇ ਰਹਿੰਦੇ ਹਨ। ਇੱਕ ਹੀ ਪਰਿਵਾਰ ਦੇ ਦੋ ਲੋਕਾਂ ਨੂੰ ਵੀ ਇਕੱਠੇ ਰਹਿਣਾ ਮੁਸ਼ਕਿਲ ਲੱਗਦਾ ਹੈ। ਹਰ ਕੋਈ ਆਪਣਾ ਕਮਰਾ ਅਤੇ ਨਿੱਜੀ ਥਾਂ ਚਾਹੁੰਦਾ ਹੈ। ਇਸ ਲਈ ਜੇਕਰ ਕੁਝ ਅਜੀਬ ਗੱਲ ਵਾਪਰਦੀ ਹੈ, ਤਦ ਇਹ ਇੱਕ ਵੱਡੀ ਮੁਸ਼ਕਿਲ ਬਣ ਸਕਦੀ ਹੈ। ਇਸ ਲਈ ਪਰਮੇਸ਼ਵਰ ਨੇ ਕਿਹਾ, ਬਾਹਰੀ ਹਾਲਾਤ ਕਿਵੇਂ ਦੇ ਵੀ ਹੋਣ, ਸਿਓਨ ਦੀਆਂ ਸੰਤਾਨਾਂ ਨੂੰ ਇਹਨਾਂ ਵਚਨਾਂ ਦਾ ਪਾਲਨ ਕਰਨਾ ਚਾਹੀਦਾ ਹੈ।
ਸਵਰਗ ਦਾ ਰਾਜ ਉਹਨਾਂ ਦੇ ਲਈ ਹੈ ਜੋ ਆਤਮਿਕ ਟ੍ਰੇਨਿੰਗ ਵਿੱਚ ਸਫਲ ਹੁੰਦੇ ਹਨ। ਕਿ ਇਸ ਲਈ ਪਰਮੇਸ਼ਵਰ ਵਾਰ-ਵਾਰ ਨਹੀਂ ਕਹਿੰਦੇ ਮੇਰੇ ਵਚਨਾਂ ਨੂੰ ਮੰਨੋ। ਆਪਣੇ ਪਾਪਾਂ ਦੇ ਕਰਕੇ ਹੁਣ ਅਸੀਂ ਸੰਸਾਰਿਕ ਥਾਂ ਤੇ ਸੀਮਿਤ ਹਾਂ, ਪਰ ਜਦੋਂ ਅਸੀਂ ਭਵਿੱਖ ਵਿੱਚ ਆਪਣੇ ਅਨੰਤ ਸਵਰਗੀ ਘਰ ਵਾਪਸ ਜਾਵਾਂਗੇ ਤਦ ਸਾਨੂੰ ਅਹਿਸਾਸ ਹੋਵੇਗਾ ਕਿ ਪਰਮੇਸ਼ਵਰ ਨੇ ਸਾਨੂੰ ਆਸ਼ੀਸ਼ ਦੇਣ ਦੇ ਲਈ ਹੀ ਨਿਰਾਸ਼ ਕਰਨ ਵਾਲੇ ਹਾਲਾਤ ਦਿੱਤੇ ਸੀ, ਜਿਨ੍ਹਾਂ ਦੇ ਕਰਕੇ ਧਰਤੀ ਤੇ ਸਾਨੂੰ ਸਬਰ ਰੱਖਣਾ ਪੈਂਦਾ ਸੀ। ਸਾਨੂੰ ਇਹ ਅਹਿਸਾਸ ਹੋਵੇਗਾ ਕਿ ਪਿਤਾ ਅਤੇ ਮਾਤਾ ਨੇ ਸਾਨੂੰ ਆਸ਼ੀਸ਼ ਦੇਣ ਦੇ ਲਈ ਹੀ ਉਹ ਸਿੱਖਿਆਵਾਂ ਦਿੱਤੀਆਂ ਹਨ। ਬਾਈਬਲ ਦੀਆਂ 66 ਕਿਤਾਬਾਂ ਵਿੱਚ ਪਰਮੇਸ਼ਵਰ ਨੇ ਸਾਡੇ ਲਈ ਸਵਰਗ ਜਾਣ ਅਤੇ ਖੁਸ਼ਹਾਲ ਜੀਵਨ ਜਿਉਣ ਦਾ ਰਾਹ ਰਿਕਾਰਡ ਕੀਤਾ। ਸਾਨੂੰ ਪਰਮੇਸ਼ਵਰ ਦੀਆਂ ਸਿੱਖਿਆਵਾਂ ਦਾ ਪਾਲਨ ਕਰਦੇ ਰਹਿਣਾ ਚਾਹੀਦਾ ਹੈ। ਆਓ ਅਸੀਂ ਇਸ ਤਰ੍ਹਾਂ ਕਰਨ ਵਿੱਚ ਕਦੀ ਫੇਲ ਨਾ ਹੋਈਏ। ਪਿਤਾ ਸਿਯੋਨ ਵਿੱਚ ਆਏ ਹਨ, ਮਾਤਾ ਸਿਯੋਨ ਵਿੱਚ ਆਈ ਹੈ ਅਤੇ ਆਖਰੀ ਦਿਨਾਂ ਵਿੱਚ ਸਾਨੂੰ ਆਪਣਾ ਰਾਹ ਸਿਖਾਇਆ ਹੈ। ਸਿਰਫ ਇਸ ਗੱਲ ਨੂੰ ਲੈ ਕੇ ਕਿ ਅਸੀਂ ਉਹਨਾਂ ਤੋਂ ਸਿੱਖਿਆ ਪਾ ਰਹੇ ਹਾਂ, ਸਾਨੂੰ ਤੁਹਾਡਾ ਧੰਨਵਾਦ ਕਹਿਣਾ ਚਾਹੀਦਾ ਹੈ। ਕਿ ਦੂਸਰਿਆਂ ਦੇ ਕੋਲ ਸੁਣਨਾ ਚਾਹੁੰਦੇ ਹੋਣ ਤੇ ਵੀ ਪਰਮੇਸ਼ਵਰ ਦੀਆਂ ਸਿੱਖਿਆਵਾਂ ਨੂੰ ਸੁਣਨ ਦਾ ਮੌਕਾ ਹੈ। ਜਿਵੇਂ ਲਿਖਿਆ ਹੈ, ਉਹ ਸਾਨੂੰ ਆਪਣਾ ਰਾਹ ਸਿਖਾਏਗਾ। ਪਰਮੇਸ਼ਵਰ ਖੁਦ ਆਏ ਅਤੇ ਸਾਨੂੰ ਆਪਣਾ ਰਾਹ ਸਿਖਾਇਆ। ਜੇਕਰ ਅਸੀਂ ਉਹਨਾਂ ਦਾ ਰਾਹ ਸਿੱਖਿਆ ਨਾ ਹੁੰਦਾ ਤਦ ਮਾਤਾ ਦੇ ਸਾਡੇ ਨੇੜੇ ਹੋਣ ਤੇ ਵੀ ਉਹਨਾਂ ਨੂੰ ਪਛਾਣ ਨਹੀਂ ਪਾਉਂਦੇ ਅਤੇ ਅਰਥਹੀਨ ਜੀਵਨ ਜੀ ਰਹੇ ਹੁੰਦੇ। ਸੱਚਾਈ ਸਾਡੇ ਸਾਹਮਣੇ ਹੋਣ ਤੇ ਵੀ ਅਸੀਂ ਸੱਚਾਈ ਦਾ ਭੇਤ ਕਰਨ ਵਿੱਚ ਫੇਲ ਹੋ ਕੇ ਇਹ ਸੋਚਦੇ ਹੋਏ ਕਿ ਕਿਉਂਕਿ ਬਹੁਤ ਸਾਰੇ ਲੋਕ ਕ੍ਰਿਸਮਸ ਮਨਾਉਂਦੇ ਹਨ ਤਦ ਚਲੋ ਉਸ ਦਿਨ ਦਾ ਆਨੰਦ ਲੈਂਦੇ ਹਨ, ਆਪਣਾ ਜੀਵਨ ਬਰਬਾਦ ਕਰਦੇ ਹਨ। ਉਹ ਸਾਰੀਆਂ ਚੀਜ਼ਾਂ ਇਸ ਤਰ੍ਹਾਂ ਦੇ ਕਾਰਨ ਹਨ ਜੋ ਲੋਕਾਂ ਨੂੰ ਨਰਕ ਵੱਲ ਲੈ ਜਾਣਗੇ। ਉਹਨਾਂ ਦੇ ਸਾਹਮਣੇ ਲਗਾਤਾਰ ਚੇਤਾਵਨੀ ਦੇ ਰੂਪ ਵਿੱਚ ਲਾਲ ਝੰਡੇ ਨੂੰ ਲਹਿਰਾਇਆ ਜਾਂਦਾ ਹੈ, ਫਿਰ ਵੀ ਉਹ ਚੇਤਾਵਨੀਆਂ ਦੀ ਅਣਗਹਿਲੀ ਕਰਦੇ ਹੋਏ ਇਸ ਤਰ੍ਹਾਂ ਦੇ ਵਰਤਾਵ ਨੂੰ ਦੁਹਰਾਉਂਦੇ ਰਹਿੰਦੇ ਹਨ। ਪਰ ਕਿਉਂਕਿ ਅਸੀਂ ਪਿਤਾ ਅਤੇ ਮਾਤਾ ਦੇ ਸਿਖਾਏ ਹੋਏ ਲੋਕ ਹਾਂ, ਇਸ ਲਈ ਅਸੀਂ ਸੋਚਦੇ ਹਾਂ ਇਹ ਕੁਝ ਇਸ ਤਰ੍ਹਾਂ ਹੈ ਜੋ ਸਾਡੇ ਸਵਰਗ ਜਾਣ ਦੇ ਰਾਹ ਤੇ ਇੱਕ ਚੇਤਾਵਨੀ ਦੇ ਰੂਪ ਵਿੱਚ ਕੰਮ ਕਰਦਾ ਹੈ। ਇਸ ਲਈ ਸਾਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ। ਮੇਰਾ ਮੰਨਣਾ ਹੈ ਕਿ ਸਿਰਫ ਇਹ ਗੱਲ ਕਿ ਅਸੀਂ ਪਰਮੇਸ਼ਵਰ ਦਾ ਰਾਹ ਸਿੱਖਿਆ ਹੈ ਸਾਡੇ ਲਈ ਹਮੇਸ਼ਾ ਖੁਸ਼ ਰਹਿਣ, ਧੰਨਵਾਦ ਅਤੇ ਸਤੁਤੀ ਕਰਨ ਦੇ ਕਾਫੀ ਕਾਰਨ ਹਨ। ਜਦੋਂ ਅਸੀਂ ਇਸ ਗੱਲ ਤੇ ਵਿਚਾਰ ਕਰਦੇ ਹਾਂ ਕਿ ਕਿਵੇਂ ਪਰਮੇਸ਼ਵਰ ਨੇ ਇਸ ਦੁਨੀਆ ਵਿੱਚ ਵਾਪਸ ਆ ਕੇ ਜਿੱਥੇ ਪਹਿਲਾਂ ਉਹਨਾਂ ਨੂੰ ਕਸ਼ਟ ਨਾਲ ਭਰੇ ਅਨੁਭਵ ਤੋਂ ਗੁਜ਼ਰਨਾ ਪੈਂਦਾ ਸੀ, ਅਸੀਂ ਆਪਣੇ ਰਾਹ ਸਿਖਾਏ, ਤਦ ਸਾਨੂੰ ਕਹਿਣਾ ਚਾਹੀਦਾ ਹੈ ਤੁਹਾਡਾ ਬਹੁਤ-ਬਹੁਤ ਧੰਨਵਾਦ, ਅਸੀਂ ਤੁਹਾਡੀ ਵਡਿਆਈ ਕਰਦੇ ਹਾਂ। ਸਾਨੂੰ ਇਹ ਕਹਿਣ ਦੀ ਜ਼ਰੂਰਤ ਨਹੀਂ ਹੈ ਕਿ ਮਾਤਾ ਮੈਂ ਇਸ ਕਰਕੇ ਬਹੁਤ ਥੱਕਿਆ ਹੋਇਆ, ਉਸਦੇ ਕਰਕੇ ਮੇਰੀ ਭਾਵਨਾ ਨੂੰ ਸੱਟ ਪਹੁੰਚੀ ਹੈ ਅਤੇ ਮੈਂ ਦਰਦ ਵਿੱਚ ਹਾਂ। ਇਸ ਦੇ ਬਦਲੇ ਆਓ ਅਸੀਂ ਹਰ ਗੱਲ ਵਿੱਚ ਧੰਨਵਾਦ ਕਰੀਏ, ਭਾਵੇਂ ਕਰੋਨਾ ਵਾਇਰਸ ਵਿਸ਼ਵ ਮਹਾਮਾਰੀ ਹੈ ਜਾਂ ਨਹੀਂ। ਆਓ ਅਸੀਂ ਹਮੇਸ਼ਾ ਸੋਚੀਏ ਮੈਨੂੰ ਲੱਗਦਾ ਹੈ ਇਸ ਵਿਸ਼ਵ ਮਹਾਮਾਰੀ ਤੋਂ ਗੁਜ਼ਰਨ ਦਾ ਕੁਝ ਕਾਰਨ ਹੈ। ਆਓ ਅਸੀਂ ਇਸ ਹਾਲਾਤ ਵਿੱਚ ਵੀ ਭਰਾ ਭੈਣਾਂ ਦੀ ਪਿਤਾ ਅਤੇ ਮਾਤਾ ਜੀ ਦਾ ਧੰਨਵਾਦ ਕਰਨ ਦਾ ਸਾਧਨ ਲੱਭਣ ਵਿੱਚ ਮਦਦ ਕਰੀਏ। ਆਓ ਅਸੀਂ 2 ਕੁਰਿੰਥੀਓ ਅਧਿਆਇ 6 ਵਚਨ 16 ਤੇ ਜਾਈਏ। ਅਤੇ ਪਰਮੇਸ਼ਵਰ ਦੀ ਹੈਕਲ ਨੂੰ ਮੂਰਤੀਆਂ ਨਾਲ ਕੀ ਵਾਸਤਾ ਹੈ? ਅਸੀਂ ਤਾਂ ਅਕਾਲ ਪੁਰਖ ਦੀ ਹੈਕਲ ਹਾਂ। ਜਿਵੇਂ ਪਰਮੇਸ਼ਵਰ ਨੇ ਬਚਨ ਕੀਤਾ, ਮੈਂ ਉਹਨਾਂ ਵਿੱਚ ਵਾਸ ਕਰਾਂਗਾ ਅਤੇ ਫਿਰਿਆ ਕਰਾਂਗਾ, ਮੈਂ ਉਹਨਾਂ ਦਾ ਪਰਮੇਸ਼ਵਰ ਹੋਵਾਂਗਾ ਅਤੇ ਉਹ ਮੇਰੀ ਪਰਜਾ ਹੋਣਗੇ। ਇਸ ਲਈ ਉਹਨਾਂ ਵਿੱਚੋਂ ਨਿਕਲ ਆਓ ਅਤੇ ਅੱਡ ਹੋਵੋ। ਪ੍ਰਭੂ ਆਖਦਾ ਹੈ ਅਤੇ ਕਿਸੇ ਭ੍ਰਿਸ਼ਟ ਵਸਤੂ ਨੂੰ ਹੱਥ ਨਾ ਲਾਓ, ਮੈਂ ਤੁਹਾਨੂੰ ਕਬੂਲ ਕਰ ਲਿਆਂਗਾ ਔਰ ਤੁਹਾਡਾ ਕੌਣ ਪਿਤਾ ਹੋਵਾਂਗਾ ਅਤੇ ਤੁਸੀਂ ਮੇਰੇ ਪੁੱਤਰ ਧੀਆਂ ਹੋਵੋਗੇ। ਇਹ ਬਚਨ ਸਰਵ ਸ਼ਕਤੀਮਾਨ ਪ੍ਰਭੂ ਦਾ ਹੈ। ਪਰਮੇਸ਼ਵਰ ਸਾਡੇ ਪਿਤਾ ਬਣੇ ਹਨ ਅਤੇ ਸਾਨੂੰ ਆਪਣੀ ਸੰਤਾਨ ਬਣਾਉਣ ਦੇ ਲਈ ਨਵੇਂ ਨੇਮ ਪਸਾ ਦਾ ਮਾਸ ਅਤੇ ਲਹੂ ਦਿੱਤਾ ਹੈ, ਜਿਨ੍ਹਾਂ ਨੂੰ ਸਵਰਗਦੂਤ ਵੀ ਪਛਾਣ ਸਕਦੇ ਹਨ। ਇਸ ਲਈ ਇਸ ਤਰ੍ਹਾਂ ਕੀ ਹੈ ਜਿਸ ਨੂੰ ਲੈ ਕੇ ਸਾਨੂੰ ਬੁੜਬੁੜਾਉਣ ਅਤੇ ਸ਼ਿਕਾਇਤ ਕਰਨ ਦੀ ਜ਼ਰੂਰਤ ਹੈ? ਅਸੀਂ ਸਵਰਗੀ ਪਾਪੀ ਹਾਂ ਜੋ ਮਰਨ ਦੇ ਲਈ ਨਿਯੁਕਤ ਹਾਂ। ਅਸੀਂ ਸਵੇਰ ਦੇ ਤਾਰੇ ਦੇ ਵਾਂਗ ਹਾਂ ਜਿਸ ਨੇ ਆਪਣਾ ਸਿੰਘਾਸਨ ਪਰਮੇਸ਼ਵਰ ਦੇ ਸਿੰਘਾਸਨ ਤੋਂ ਵੀ ਉੱਚਾ ਕਰਨ ਦੀ ਕੋਸ਼ਿਸ਼ ਕੀਤੀ ਸੀ। ਹੰਕਾਰੀ ਮਨ ਨਾਲ ਪਰਮੇਸ਼ਵਰ ਦੇ ਵਿਰੁੱਧ ਪਾਪ ਕਰਕੇ ਧਰਤੀ ਤੇ ਸੁੱਟ ਦਿੱਤੇ ਗਏ। ਅਸੀਂ ਸੱਚਮੁੱਚ ਪਾਪੀ ਹਾਂ ਜਿਨ੍ਹਾਂ ਨੂੰ ਮਰਨਾ ਹੈ। ਇਨ੍ਹਾਂ ਪਾਪੀਆਂ ਨੂੰ ਪਿਤਾ ਤੇ ਮਾਤਾ ਜੀ ਨੇ ਕਿਹਾ, ਤੁਸੀਂ ਮੇਰੇ ਪੁੱਤਰ ਹੋ, ਤੁਸੀਂ ਮੇਰੀ ਧੀ ਹੋ, ਮੈਂ ਤੁਹਾਡਾ ਪਿਤਾ ਹਾਂ, ਮੈਂ ਤੁਹਾਡੀ ਮਾਤਾ ਹਾਂ। ਇਸ ਪ੍ਰਕਾਰ ਦੇ ਮਨ ਨਾਲ ਪਿਤਾ ਅਤੇ ਮਾਤਾ ਸਾਡੇ ਕੋਲ ਆਏ ਅਤੇ ਸਾਨੂੰ ਆਪਣੀ ਸੰਤਾਨ ਸਮਝਿਆ। ਸਾਰੇ ਲੋਕੋ, ਕੀ ਇਸ ਤੋਂ ਜ਼ਿਆਦਾ ਕਿਰਪਾ ਹੋ ਸਕਦੀ ਹੈ? ਜਦੋਂ ਤੱਕ ਉਹ ਸੱਚਾਈ ਵਿੱਚ ਰੁਕਾਵਟ ਨਹੀਂ ਪਾਉਂਦੇ ਜਾਂ ਸੱਚਾਈ ਦਾ ਇਨਕਾਰ ਕਰਦੇ ਹਨ, ਤਦ ਤੱਕ ਸਾਨੂੰ ਆਪਣੇ ਭਰਾ ਭੈਣਾਂ ਦੇ ਪ੍ਰਤੀ ਸਹਿਨਸ਼ੀਲ ਰਹਿਣਾ ਚਾਹੀਦਾ ਹੈ। ਸਾਡੇ ਸਾਰਿਆਂ ਵਿੱਚ ਕੁਝ ਗੱਲ ਦੀ ਕਮੀ ਹੈ। ਸਾਡੇ ਵਿੱਚੋਂ ਹਰ ਇੱਕ ਵਿੱਚ ਕੁਝ ਗੱਲ ਦੀ ਕਮੀ ਹੈ। ਇਸ ਤਰ੍ਹਾਂ ਦਾ ਕੁਝ ਹੈ ਜੋ ਦੂਸਰਿਆਂ ਨੂੰ ਮੇਰੇ ਤੋਂ ਵਧੀਆ ਕਰ ਸਕਦਾ ਹੈ ਜਾਂ ਮੈਂ ਉਹਨਾਂ ਤੋਂ ਵਧੀਆ ਕਰ ਸਕਦਾ ਹਾਂ।
ਕਿਉਂਕਿ ਅਸੀਂ ਸਭ ਇਸ ਤਰ੍ਹਾਂ ਹੀ ਹਾਂ। ਇਸ ਲਈ ਸਾਨੂੰ ਜਿਸ ਗੱਲ ਨੂੰ ਲੈ ਕੇ ਜੋ ਸਾਡੇ ਵਿੱਚ ਕਮੀ ਹੈ ਉਸ ਨੂੰ ਦੂਰ ਕਰਨ ਵਿੱਚ ਇੱਕ ਦੂਸਰੇ ਦੀ ਮਦਦ ਕਰਨ ਦੀ ਜ਼ਰੂਰਤ ਹੈ, ਤਾਂ ਜੋ ਅਸੀਂ ਸਾਰੇ ਵਿਸ਼ਵਾਸ ਦੇ ਚੰਗੇ ਭਰਾ ਭੈਣ ਬਣ ਸਕਣ, ਹੈ ਨਾ। ਹਰ ਸਮਾਜ ਹੁਣ ਉਦਾਸ ਹੈ, ਪਰ ਕਿਉਂਕਿ ਪਰਮੇਸ਼ਵਰ ਨੇ ਸਾਨੂੰ ਕਰੋਨਾ ਵਾਇਰਸ ਵਿਸ਼ਵ ਮਹਾਮਾਰੀ ਦੌਰਾਨ ਵੀ ਸ਼ਾਨਦਾਰ ਭਵਿੱਖ ਦੀ ਵੱਡੀ ਆਸ ਦਿੱਤੀ ਹੈ, ਇਸ ਲਈ ਅਸੀਂ ਇਸ ਨਿਰਾਸ਼ਾਜਨਕ ਸੁਰੰਗ ਵਿੱਚ ਵੀ ਪਰਮੇਸ਼ਵਰ ਦੇ ਪ੍ਰਤੀ ਬਹੁਤ ਧੰਨਵਾਦੀ ਮਹਿਸੂਸ ਕਰਦੇ ਹਾਂ। ਸੱਚਮੁੱਚ ਅਸੀਂ ਪਿਤਾ ਅਤੇ ਮਾਤਾ ਜੀ ਨੂੰ ਧੰਨਵਾਦ ਕਰਨ ਦੇ ਇਲਾਵਾ ਹੋਰ ਕੁਝ ਨਹੀਂ ਕਰ ਸਕਦੇ। ਭਾਵੇਂ ਹੀ ਸ਼ਾਰੀਰਿਕ ਰਾਹ ਥੋੜਾ ਔਖਾ ਤੇ ਚੁਣੌਤੀ ਭਰਪੂਰ ਹੈ, ਪਰ ਮੈਨੂੰ ਉਮੀਦ ਹੈ ਕਿ ਅਸੀਂ ਸਵਰਗ ਤੱਕ ਪਿਤਾ ਅਤੇ ਮਾਤਾ ਜੀ ਦੇ ਪਿੱਛੇ ਪਿੱਛੇ ਚੱਲਦੇ ਹੋਏ ਇਸ ਰਾਹ ਦਾ ਹਮੇਸ਼ਾ ਖੁਸ਼ੀ ਦੇ ਨਾਲ ਪਾਲਨ ਕਰਾਂਗੇ। ਮੈਂ ਸੀਯੋਨ ਦੇ ਸਾਰੇ ਸਿਰਲੇਖ ਅਤੇ ਸਥਿਤੀ ਧਾਰਕਾਂ ਅਤੇ ਸਾਰੇ ਭਰਾ ਭੈਣਾਂ ਨਾਲ ਹਮੇਸ਼ਾ ਖੁਸ਼ ਰਹਿਣ ਅਤੇ ਜ਼ਿਆਦਾ ਧੰਨਵਾਦ, ਵਡਿਆਈ ਅਤੇ ਸਤੁਤੀ ਕਰਨ ਦੇ ਲਈ ਕਹਿੰਦਾ ਹਾਂ। ਇਸ ਨਾਲ ਅੱਜ ਦਾ ਉਪਦੇਸ਼ ਖਤਮ ਹੁੰਦਾ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ।